ब्रेक तो बाद एक बार फिर तो स्वागत है। गलबात करांगे ਭਾਰਤ ਇੰਡੀਆ ਦੀ ਰਾਜਨੀਤੀ ਦੀ ਤੇ ਇੰਡੀਆ ਦੀ ਰਾਜਨੀਤੀ ਚ ਅੱਜ ਦੇ ਪੱਖ ਦਾ ਮੁੱਦਾ ਜੋ ਕਿ ਯੂਪੀ ਇਲੈਕਸ਼ਨ ਦੇ ਵਿੱਚੋਂ ਕੁਝ ਰੈਲੀਆਂ ਦੇ ਵਿੱਚੋਂ ਕਈ ਇਦਾਂ ਦੇ ਕਮੈਂਟ ਕੀਤੇ ਗਏ ਜੋ ਕਿ ਕਿਤੇ ਨਾ ਕਿਤੇ ਕੰਟਰੋਵਰਸ਼ੀਅਲ ਕਮੈਂਟ ਅਸੀਂ ਕਹਿ ਸਕਦੇ ਹਾਂ ਤੇ ਕਿਤੇ ਨਾ ਕਿਤੇ ਉਹ ਮੁੱਦੇ ਪੱਖ ਦੀ ਹੋਈ ਰਾਜਨੀਤੀ ਚ ਭਖਦੀ ਹੋਈ ਰਾਜਨੀਤੀ ਵਿੱਚ न्यूज चैनलों की डिबेट का हिस्सा जरूर बने जी। मेरा इशारा प्रधानमंत्री नरेंद्र मोदी द्वारा कुछ कमेंट दिते गए जिन्होंने कि लगभग असी सारे ही कह सकते हैं कि बीजेपी की चेंज की हुई स्ट्रैटेजी का बीजेपी की चेंज की हुई रणनीति का हिस्सा शायद असी सारे ही मन सकते हैं। जे ਅਸੀਂ यूपी की गल करिए 7 फेज ਵਿੱਚ यूपी की इलेक्शन हुई आ 3 फेज खत्म हो चुके आ ते 4 फेज बचे आ। ਉਹ ਬੀਜੇਪੀ ਜੋ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਮੰਗਣੀ ਚਾਹੁੰਦੀ ਸੀ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੇ ਨਾਂ ਤੇ ਵੋਟਾਂ ਮੰਗਣੀ ਚਾਹੁੰਦੀ ਸੀ ਕਿਤਨਾ ਕਿਤੇ ਆਪਣੇ ਮੁੱਦਿਆਂ ਤੋਂ ਡਿਵੈਲਪਮੈਂਟ ਅਤੇ ਨੀਤੀਆਂ ਦੇ ਮੁੱਦਿਆਂ ਤੋਂ ਫਿਸਲ ਕੇ ਰਾਮ ਮੰਦਿਰ ਦਾ ਮੁੱਦਾ ਵੀ ਮੈਨੀਫੈਸਟੋ ਚ ਪਾ ਚੁੱਕੀ ਆ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੰਟਰੋਵਰਸ਼ੀਅਲ ਬਿਆਨ ਜਿਹਦੇ ਵਿੱਚ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਰਹੇ ਨੇ ਕਿ ਜੇ ਗਾਉਂ ਮੇ ਜੇ ਪਿੰਡ ਵਿੱਚ ਕਬਰਿਸਤਾਨ ਵੀ ਬਣਦਾ ਹੈ ਤੇ ਸ਼ਮਸ਼ਾਨ ਘਾਟ ਵੀ ਬਣਨਾ ਚਾਹੀਦਾ ਹੈ। ਜੇ ਬਿਜਲੀ ਹੋਲੀ ਚਾਹੁੰਦੀ ਆ ਤੇ ਈਚ ਵੀ ਹੋਣੀ ਚਾਹੀਦੀ ਆ। ਜੇ ਬਿਜਲੀ ਰਮਦਾਨ ਚਾਹੁੰਦੀ ਆ ਦੀਵਾਲੀ ਚ ਵੀ ਹੋਣੀ ਚਾਹੀਦੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਟੇਜ ਤੋਂ ਇਹ ਗੱਲ ਕਹਿਣਾ ਸਾਫ਼ ਝਲਕਾਉਂਦਾ ਵਾ ਕਿ ਬੀਜੇਪੀ ਆਪਣੀ ਬਚੇ ਹੋਏ 4 ਫੇਜ਼ ਦੀ ਜੋ ਇਲੈਕਸ਼ਨ ਆ ਉਹਦੇ ਵਿੱਚ ਆਪਣੀ ਰਣਨੀਤੀ ਚੇਂਜ ਕਰਨਾ ਚਾਹੁੰਦੀ ਆ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਰਣਨੀਤੀ ਚੇਂਜ ਕਰ ਲਈ ਆ। ਵੋਟ ਪੋਲਰਾਈਜੇਸ਼ਨ हर पार्टी उत्ते ਇਹ ਇਲਜ਼ਾਮ ਲੱਗਦਾ ਹੀ ਲੱਗਦਾ ਵਾ। ਹਰ ਪਾਰਟੀ ਧਰਮ ਜਾਤੀ ਦੇ ਨਾਂ ਦੇ ਉੱਤੇ ਪੋਲਰਾਈਜੇਸ਼ਨ ਕਰਕੇ ਆਪਣੀ ਇਲੈਕਸ਼ਨ ਵਿੱਚ ਜਿੱਤ ਪੱਕੀ ਕਰਨਾ ਚਾਹੁੰਦੀ ਆ। ਸਮਾਂ ਜ਼ਿਆਦਾ ਨਹੀਂ ਬਚਿਆ। ਡਿਬੇਟ ਨੰਬਰ 1 ਲੰਬੀ ਖਿੱਚ ਗਈ ਸੀ ਪਰ ਮੈਂ ਉਹ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਪਰ ਉਸ ਤੋਂ ਪਹਿਲਾਂ ਸਬਦੀਸ਼ ਜੀ ਦੇ ਇੱਕ ਵਾਰ ਵਿਚਾਰ ਸੁਣਨਾ ਚਾਹੂੰਗਾ ਇਸ ਪੂਰੇ ਮੁੱਦੇ ਬਾਰੇ। ਸਬਦੀਸ਼ ਜੀ। ਹਰਪ੍ਰੀਤ ਜੀ, ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਭਾਸ਼ਾ ਦਾ ਮਿਆਰ ਗਿਰ ਰਿਹਾ ਹੈ, ਜੇ ਤੇ ਉਹ ਮਿਆਰ ਗਿਰੇ ਕਿਸੇ ਸਧਾਰਨ ਰਾਜਨੀਤਿਕ ਨੇਤਾ ਵੱਲੋਂ ਤਾਂ ਅਸੀਂ ਸਮਝ ਸਕਦੇ ਹਾਂ ਕਿ ਇੱਕ ਗੱਲ ਸਮਝ ਆ ਜਾਂਦੀ ਹੈ ਸਾਡੇ ਕਿ ਉਹਨਾਂ ਦਾ ਮਿਆਰ ਹੀ ਇੰਨਾ। ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਭਾਸ਼ਾ ਇਸ ਲੈਵਲ ਦੇ ਉੱਤੇ ਚਲੇ ਜਾਵੇ, ਜਿਸ ਕਿਸਮ ਦੀ ਉਹ ਭਾਸ਼ਾ ਦਾ ਇਸਤੇਮਾਲ ਕਰਦੇ ਨੇ, ਜਿਸ ਤਰ੍ਹਾਂ ਦੀ ਭਾਸ਼ਾ ਦੇ ਪਿੱਛੇ ਉਹਨਾਂ ਦੀ ਭਾਵਨਾ ਹੁੰਦੀ ਹੈ, ਉਸ ਭਾਸ਼ਾ ਦੇ ਆਧਾਰ ਦੇ ਉੱਤੇ ਗੱਲ ਕਰੀਏ ਤਾਂ ਗੱਲ ਲਾਜ਼ਮੀ ਤੌਰ ਦੇ ਉੱਤੇ ਸਾਨੂੰ ਸੋਚਣ ਦੀ ਹੈ ਕਿ ਕੀ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੀ ਜਿਹੜੀ ਵੰਨ ਸੁਵੰਨਤਾ ਵਾ, ਦੇਸ਼ ਦੀ ਜਿਹੜੀ ਵਿਭਿੰਨਤਾ ਵਾ, ਦੇਸ਼ ਦੀ ਜਿਹੜੀ ਲੋਕਾਂ ਦੀਆਂ ਬਿਲਕੁਲ ਭਾਵਨਾਵਾਂ ਅਲੱਗ-ਅਲੱਗ ਖੜੀਆਂ ਨੇ, ਕਿਸੇ ਧਾਰਮਿਕ ਤੌਰ ਦੇ ਉੱਤੇ, ਕਿਸੇ ਜਾਤੀ ਦੇ ਤੌਰ ਦੇ ਉੱਤੇ, ਕੀ ਉਹ ਸੱਚਮੁੱਚ ਉਹਨਾਂ ਭਾਵਨਾਵਾਂ ਦਾ ਸਨਮਾਨ ਕਰਦੇ ਨੇ ਕਿ ਜਾਂ ਉਹ ਵੋਟਾਂ ਦੀ ਕਤਾਰਬੰਦੀ ਕਰਦੇ ਨੇ। ਜਦੋਂ ਪ੍ਰਧਾਨ ਮੰਤਰੀ ਇਹ ਕਹਿੰਦੇ ਨੇ ਕਿ ਜੇ ਕਬਰਸਤਾਨ ਹੈ ਤਾਂ ਸ਼ਮਸ਼ਾਨ ਵੀ ਹੋਣਾ ਚਾਹੀਦਾ, ਕਿ ਯੂਪੀ ਦੇ ਵਿੱਚ ਸੱਚਮੁੱਚ ਏਦਾਂ ਦੀ ਕੋਈ ਸਮੱਸਿਆ ਹੈ ਕਿ ਕਬਰਸਤਾਨ ਤਾਂ ਹੋਣ ਪਰ ਉੱਥੇ ਲੋਕਾਂ ਲਈ ਸ਼ਮਸ਼ਾਨ ਘਾਟ ਨਾ ਹੋਣ। ਜਦੋਂ ਉਹ ਕਹਿੰਦੇ ਆ ਜੇ ਰਮਜ਼ਾਨ ਤੇ ਬਿਜਲੀ ਆਉਂਦੀ ਹੈ ਤਾਂ ਦੀਵਾਲੀ ਤੇ ਵੀ ਆਉਣੀ ਚਾਹੀਦੀ ਹੈ, ਕੀ ਸੱਚਮੁੱਚ ਏਦਾਂ ਵਾਪਰਦਾ ਵਾ ਕਿ ਰਮਜ਼ਾਨ ਵਾਲੇ ਦਿਨ ਤਾਂ ਬਿਜਲੀ ਦੀ ਸਪਲਾਈ ਠੀਕ ਰਹੇ ਪਰ ਦੀਵਾਲੀ ਵਾਲੇ ਦਿਨ ਬਿਜਲੀ ਦੀ ਸਪਲਾਈ ਠੀਕ ਨਾ ਰਹੀ ਹੋਵੇ? ਪਿਛਲੇ 5 ਸਾਲਾਂ ਦੇ ਵਿੱਚ ਜਦੋਂ ਤੋਂ ਅਖਿਲੇਸ਼ ਰਾਜ ਕਰ ਰਹੇ ਨੇ, ਮੇਰਾ ਨਹੀਂ ਖਿਆਲ ਕਿ ਇਸ ਕਿਸਮ ਦੀ ਕਦੇ ਕੋਈ ਗੱਲ ਵਾਪਰੀ ਹੈ। ਪਰ ਇਹਦੇ ਬਾਵਜੂਦ ਜੇ ਉਹ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ ਤਾਂ ਲਾਜ਼ਮੀ ਤੌਰ ਦੇ ਉੱਤੇ ਇਹਦਾ ਇੱਕ ਸਿੰਪਲ ਅਰਥ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਬੈਠੇ ਹੋਏ ਹੋਣ ਦੇ ਬਾਵਜੂਦ ਦੇਸ਼ ਦੇ ਵਿੱਚ ਹਿੰਦੂ ਤੇ ਮੁਸਲਿਮ ਕਤਾਰਬੰਦੀ ਨੂੰ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਔਰ ਮੈਂ ਇੱਕ ਵਾਰ ਫੇਰ ਕਹਾਂਗਾ, ਮੈਂ ਅਕਸਰ ਕਹਿਣਾ ਕਿ ਮੈਂ ਪ੍ਰਧਾਨ ਮੰਤਰੀ ਦੀਆਂ ਬਹੁਤ ਗੱਲਾਂ ਸੁਣ ਕੇ ਅਕਸਰ ਹੀ ਸ਼ਰਮਸਾਰ ਹੁੰਦਾ ਔਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਉੱਤੇ ਦੀਆਂ ਗੱਲਾਂ ਸੁਣ ਕੇ ਜਦੋਂ ਮੈਂ ਸ਼ਰਮਸਾਰ ਹੁੰਦਾ ਤਾਂ ਇਹ ਕੋਈ ਮੇਰੇ ਲਈ ਮਾਣ ਵਾਲੀ ਗੱਲ ਨਹੀਂ ਹੈ, ਸੱਚਮੁੱਚ ਸ਼ਰਮਸਾਰ ਹੋਣ ਵਾਲੀ ਗੱਲ ਹੈ। ਦੂਸਰੀ ਗੱਲ, ਜਿਵੇਂ ਉਹਨਾਂ ਨੇ ਅਖਿਲੇਸ਼ ਯਾਦਵ ਨੇ ਮੋੜਵੇਂ ਰੂਪ ਦੇ ਵਿੱਚ ਇੱਕ ਗੱਲ ਕੀਤੀ ਹੈ, ਅਮਿਤਾਭ ਬੱਚਨ ਦੇ ਉੱਤੇ ਅਟੈਕ ਕਰਦੇ ਉਹਨਾਂ ਨੇ ਭਾਸ਼ਾ ਵਰਤੀ ਹੈ ਕਿ ਇੱਕ ਸਾਡੇ ਮਹਾਨਾਇਕ ਜਿਹੜੇ ਨੇ ਸਦੀ ਦੇ ਉਹ ਗੁਜਰਾਤ ਦੇ ਗਧਿਆਂ ਦਾ ਪ੍ਰਚਾਰ ਕਰ ਰਹੇ ਨੇ। ਮੈਂ ਉਹਨੂੰ ਵੀ ਕੋਈ ਬਹੁਤ ਸਪੋਰਟ ਨਹੀਂ ਕਰ ਸਕਦਾ ਬਿਲਕੁਲ ਵੀ। ਪਰ ਇੱਕ ਗੱਲ ਅਖਿਲੇਸ਼ ਜੀ ਦੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ
ਪ੍ਰਧਾਨ ਮੰਤਰੀ ਆਪਣੇ ਆਪ ਨੂੰ ਗੰਗਾ ਦਾ ਬਹੁਤ ਵੱਡਾ ਪੂਜਕ ਸਮਝਦੇ ਨੇ ਕਿ ਉਹ ਗੰਗਾ ਤੋਂ ਚੁਣ ਕੇ ਆਏ ਨੇ ਬਨਾਰਸ ਤੋਂ, ਕਿ ਉਹ ਗੰਗਾ ਦੀ ਕਸਮ ਖਾ ਕੇ ਕਹਿ ਸਕਦੇ ਨੇ ਕਿ ਸੱਚਮੁੱਚ ਦੀਵਾਲੀ ਵਾਲੇ ਦਿਨ ਅਸੀਂ ਲੋਕਾਂ ਨੂੰ ਲਾਈਟ ਨਹੀਂ ਦਿੰਦੇ ਜਾਂ ਬਨਾਰਸ ਦੇ ਵਿੱਚ ਲਾਈਟ ਨਹੀਂ ਆਉਂਦੀ, ਕੀ ਇਹ ਗੱਲ ਕਹਿ ਸਕਦੇ ਨੇ? ਔਰ ਇਹ ਸਵਾਲ ਮੇਰੇ ਮੁਤਾਬਕ ਉਹਨਾਂ ਦਾ ਜੈਨੂਅਨ ਹੈ। ਉਹ ਗੱਧਿਆਂ ਵਾਲੀ ਗੱਲ ਨਾਲ ਮੈਂ ਬਿਲਕੁਲ ਵੀ ਐਗਰੀ ਨਹੀਂ ਕਰੂੰਗਾ। ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਨੇ ਬੀਬੀ ਮਾਇਆਵਤੀ ਬਾਰੇ ਇੱਕ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਹੁਣ ਭੈਣ ਜੀ ਸੰਪੱਤੀ ਪਾਰਟੀ ਬਣ ਕੇ ਰਹਿ ਗਈ ਆ। BSP ਦੀ ਉਹਨਾਂ ਨੇ ਨਵੀਂ ਡੈਫੀਨੇਸ਼ਨ ਦਿੱਤੀ ਹੈ। ਜਵਾਬ ਵਿੱਚ ਮਾਇਆਵਤੀ ਨੇ ਵੀ ਕੁਝ ਗੱਲਾਂ ਕੀਤੀਆਂ ਨੇ ਜਿਹਦਾ ਅਰਥ ਕੁੱਲ ਮਿਲਾ ਕੇ ਇਹ ਨਿਕਲਦਾ ਵਾ ਕਿ ਉਹ ਉਹਨਾਂ ਦੇ ਨਾਂ ਜਿਹੜਾ ਨਰਿੰਦਰ ਦਮੋਦਰ ਦਾਸ ਮੋਦੀ ਹੈ ਉਹਦੀ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਜਿਹੜੀ ਵਿਆਖਿਆ ਕਰਕੇ ਪੇਸ਼ ਕੀਤਾ ਕਿ ਉਹ ਐਂਟੀ ਦਲਿਤ ਉਹਨਾਂ ਦੇ ਨਾਂ ਤੋਂ ਹੀ ਸਾਬਤ ਹੋ ਜਾਂਦਾ। ਉਹਨਾਂ ਨੇ ਇੱਕ ਇੱਕ ਅੱਖਰ ਦੀ ਇਹ ਵਿਆਖਿਆ ਕਰਕੇ ਪੇਸ਼ ਕਰਨ ਦਾ ਯਤਨ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੁਮਲੇਬਾਜ਼ੀ ਚ ਮੈਂ ਵੀ ਕੋਈ ਘੱਟ ਨਹੀਂ। ਔਰ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਜ਼ਿੰਮੇਵਾਰ ਅਹੁਦੇ ਉੱਤੇ ਬੈਠੇ ਨੇ। ਪ੍ਰਧਾਨ ਮੰਤਰੀ ਦਾ ਜੁਮਲੇਬਾਜ਼ ਹੋਣਾ ਮਹੱਤਵਪੂਰਨ ਹੈ। ਮੈਂ ਇਹ ਨਹੀਂ ਕਹਿੰਦਾ ਕਿ ਆਪਣੀ ਗੱਲ ਕਹਿਣ ਲਈ ਤੁਸੀਂ ਤਿੱਖੀ ਭਾਸ਼ਾ ਨਹੀਂ ਵਰਤ ਸਕਦੇ, ਤੁਸੀਂ ਜੁਮਲੇ ਦਾ ਇਸਤੇਮਾਲ ਨਹੀਂ ਕਰ ਸਕਦੇ, ਪਰ ਜੇ ਤੁਹਾਡਾ ਜੁਮਲਾ ਦੂਜੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਖਿਲਾਫ ਜਾਂਦਾ ਜਾਂ ਕਤਾਰਬੰਦੀ ਲਈ ਸਹਾਈ ਹੁੰਦਾ ਤਾਂ ਮੈਂ ਸਮਝਦਾ ਇਸ ਤਰ੍ਹਾਂ ਦੀ ਜੁਮਲੇਬਾਜ਼ੀ ਪ੍ਰਧਾਨ ਮੰਤਰੀ ਜੀ ਨੂੰ ਬਿਲਕੁਲ ਨਹੀਂ ਦੱਸਦੀ। ਔਰ ਮੈਂ ਸੱਚਮੁੱਚ ਫਿਰ ਕਹਾਂਗਾ ਕਿ ਮੈਂ ਤਾਂ ਬਹੁਤ ਵਾਰ ਸ਼ਰਮਸਾਰ ਹੁੰਦਾ। ਮੈਨੂੰ ਨਹੀਂ ਪਤਾ ਜਿਹੜੇ ਲੋਕ ਫਿਰ ਵੀ ਪ੍ਰਧਾਨ ਮੰਤਰੀ ਦੀ ਸਪੋਰਟ ਕਰਦੇ ਕਿਸ ਬੇਸ ਤੇ ਕਰਦੇ ਜਾਂ ਉਹਨਾਂ ਦਾ ਸ਼ਰਮਸਾਰ ਹੋਣ ਲਈ ਉਹਨਾਂ ਨੂੰ ਕੀ ਚਾਹੀਦਾ ਵਾ। ਮੈਂ ਇੰਨੀ ਗੱਲ ਕਹਿ ਕੇ ਖਤਮ ਕਰ ਦੇਣਾ ਚਾਹਾਂਗਾ। ਬਾਕੀ ਦੋਸਤ ਵੀ ਇਹਦੇ ਬਾਰੇ ਚਰਚਾ ਕਰ। ਮੈਂ ਇੱਥੇ ਉਹ ਵੀਡੀਓ ਪਲੇ ਕਰਨੀ ਚਾਹੂੰਗਾ ਤਾਂ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਉਹ ਸਪੀਚ ਆਪ ਸੁਣ ਲਓ। ਉਸ ਤੋਂ ਬਾਅਦ ਅਸੀਂ ਗੱਲਬਾਤ ਜਾਰੀ ਰੱਖਾਂਗੇ। गांव में अगर कब्रिस्तान बनता है तो गांव में स्मशान भी बनना चाहिए। अगर रमजान में बिजली मिलती है तो दिवाली में भी बिजली मिलनी चाहिए। अगर होली पे बिजली मिलती है तो ईद पर भी बिजली मिलनी चाहिए। भेदभाव नहीं होना चाहिए। ਇਹ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀਡੀਓ ਕਲਿੱਪ ਕੰਟਰੋਵਰਸ਼ੀਅਲ ਜਿਹਦੇ ਵਿੱਚ ਇਹਨਾਂ ਸਪੀਚ ਦਿੱਤੀ ਸੀ। ਨਾਲ ਹੀ ਬਹੁਜਨ ਸਮਾਜਵਾਦੀ ਪਾਰਟੀ ਨੂੰ ਬਹਿਨ ਦੀ ਸੰਪत्ति ਪਾਰਟੀ ਆਖਿਆ। ਜੇ ਆਪੋਜੀਸ਼ਨ ਦੀ ਗੱਲ ਕਰੀਏ ਤੇ ਆਪੋਜੀਸ਼ਨ ਨੇ ਐਸ ਪ੍ਰਧਾਨ ਮੰਤਰੀ ਦੇ ਐਸ ਕਮੈਂਟ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਿਤੇ ਨਾ ਕਿਤੇ ਆਪੋਜੀਸ਼ਨ ਦੇ ਕੁਝ ਲੀਡਰਸ ਨੇ ਤੇ ਇਹ ਤੱਕ ਕਹਿਤਾ ਕਿ ਬੀਜੇਪੀ ਨੂੰ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਹਾਰ ਦਿਖ ਰਹੀ ਆ। ਪਰ ਦੂਜੇ ਪਾਸੇ ਜੇ ਬੀਜੇਪੀ ਦੀ ਜਾਂ ਪੋਲੀਟੀਕਲ ਐਨਾਲਿਸਟ ਦੀ ਗੱਲ ਕਰੀਏ ਕਿਤੇ ਨਾ ਕਿਤੇ ਬੀਜੇਪੀ ਆਉਣ ਵਾਲੇ ਜੋ 4 ਫੇਜ਼ ਯੂਪੀ ਇਲੈਕਸ਼ਨ ਦੇ ਬਚੇ ਆ ਉਹਦੇ ਵਿੱਚ ਪੋਲਰਾਈਜੇਸ਼ਨ ਕਰਕੇ ਆਪਣਾ ਪੱਖ ਭਾਰੀ ਕਰਨਾ ਚਾਹੁੰਦੀ ਆ। ਗੱਲਬਾਤ ਅੱਗੇ ਵਧਾਉਂਦੇ ਆ ਪਰਮਪ੍ਰੀਤ ਸਿੰਘ ਜੀ। ਸਤਿ ਜੀ, ਮੈਂ ਮੋਦੀ ਸਾਹਿਬ ਦੇ ਇਸ ਬਿਆਨ ਤੇ ਇੱਕ ਕਮੈਂਟ ਦੇਣਾ ਚਾਹਨਾ। ਉਹ ਇਹ ਕਿ ਭਾਰਤ ਦੀ ਸਿਆਸਤ ਦਾ ਮਿਆਰ ਇੰਨਾ ਕੁ ਦਿਨ ਬ ਦਿਨ ਗਿਰਦਾ ਜਾ ਰਿਹਾ, ਸਿਆਸੀ ਬਿਆਨ ਇੰਨੇ ਕੁ ਨੀਵੇਂ ਪੱਧਰ ਦੇ ਹੁੰਦੇ ਜਾ ਰਹੇ ਨੇ ਕਿ ਸ਼ਾਇਦ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਰਹੇ। ਔਰ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਅਫਸੋਸਜਨਕ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੀ ਹੁਣ ਉਸੇ ਹੇਠਲੇ ਪੱਧਰ ਤੱਕ ਗਿਰ ਕੇ ਬਿਆਨ ਦੇ ਰਹੇ ਨੇ। ਮੋਦੀ ਸਾਹਿਬ ਦੇ ਸਭ ਤੋਂ ਪਹਿਲਾਂ ਜਿਹੜਾ ਬਿਜਲੀ ਬਾਰੇ ਉਹਨਾਂ ਨੇ ਗੱਲ ਕੀਤੀ, ਉਹਦੇ ਬਾਰੇ ਮੈਂ ਇੱਕ ਚੀਜ਼ ਇਹ ਕਹਿਣੀ ਚਾਹਾਂਗਾ ਕਿ ਇਹ ਗੱਲ ਬੜੀ ਹਾਸੋਹੀਣੀ ਔਰ ਬੜੀ ਸ਼ਰਮਨਾਕ ਹੈ ਕਿ 21ਵੀਂ ਸਦੀ ਦੇ ਭਾਰਤ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਬਿਆਨ ਦੇਣਾ ਪੈ ਰਿਹਾ ਕਿ ਦੀਵਾਲੀ ਤੇ ਬਿਜਲੀ ਆਉਂਦੀ ਹੈ, ਈਦ ਤੇ ਨਹੀਂ ਆਉਂਦੀ, ਹੋਲੀ ਤੇ ਆਉਂਦੀ ਹੈ, ਕਿਸੇ ਹੋਰ ਤਿਉਹਾਰ ਤੇ ਨਹੀਂ ਆਉਂਦੀ। ਬਿਜਲੀ ਤਾਂ ਵੈਸੇ ਹੀ 24 ਘੰਟੇ ਆਉਣੀ ਚਾਹੀਦੀ ਹੈ। ਇਹ ਤਾਂ ਇੱਕ ਬੇਸਿਕ ਨੀਡ ਹੈ। ਇਹ ਤਾਂ ਗਵਰਨਮੈਂਟ ਨੂੰ ਪਹਿਲਾਂ ਫੁਲਫਿਲ ਕਰਨੀ ਚਾਹੀਦੀ ਹੈ। ਔਰ ਉਹਦੇ ਵਿੱਚ ਵੀ ਉਹ ਦੱਸ ਰਹੇ ਨੇ ਕਿ ਏਦਾਂ ਆਉਣੀ ਚਾਹੀਦੀ ਹੈ, ਐਸੇ ਨਹੀਂ ਆਉਣੀ ਚਾਹੀਦੀ, ਫਲਾਣੇ ਦਿਨ ਆਉਣੀ ਚਾਹੀਦੀ ਹੈ, ਉਸ ਤੋਂ ਅਗਲੇ ਦਿਨ ਨਹੀਂ ਆਉਣੀ ਚਾਹੀਦੀ। ਇਹ ਚੀਜ਼ ਬੇਸਿਕਲੀ ਇਹ ਗਲਤ ਹੈ। ਦੂਸਰੀ ਚੀਜ਼ ਜਿਹੜੀ ਉਹਦੇ ਵਿੱਚ ਹੈ ਕਿ ਮੋਦੀ ਸਾਹਿਬ ਦੇ ਜਿਹੜੇ ਬਿਆਨ ਨੇ ਉਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਫਿੱਕ ਪਾਉਣ ਵਾਲੇ ਬਿਆਨ ਨੇ। ਉਹ ਲੋਕਾਂ ਦੇ ਵਿੱਚ ਇਹ ਭਾਵਨਾ ਇੰਜੈਕਟ ਕਰ ਰਹੇ ਨੇ ਕਿ ਯੂ ਆਰ ਨਾਟ ਇਕੁਅਲ, ਤੁਸੀਂ ਸਾਰੇ ਬਰਾਬਰ ਨਹੀਂ ਹੋ। ਮੁਸਲਮਾਨ ਅਲੱਗ ਹੈ, ਉਹਨਾਂ ਦੇ ਤਿਉਹਾਰ ਅਲੱਗ ਨੇ, ਉਹਨਾਂ ਦੀ ਰਸਮਾਂ ਅਲੱਗ ਨੇ। ਹਿੰਦੂ ਅਲੱਗ ਨੇ, ਉਹਨਾਂ ਦੇ ਤਿਉਹਾਰ, ਉਹਨਾਂ ਦੀ ਰਸਮਾਂ ਅਲੱਗ ਨੇ। ਇਸੇ ਤਰ੍ਹਾਂ ਦੇ ਜਿਹੜੇ ਇੱਕ ਮੈਂ ਇਹਨੂੰ ਸਿਆਸੀ ਸ਼ੋਸ਼ੇਬਾਜ਼ੀ ਕਹਾਂਗਾ। ਉਹਨਾਂ ਨੇ ਬਿਹਾਰ ਦੇ ਵਿੱਚ DNA ਵਾਲੀ ਗੱਲ ਕੀਤੀ, ਜਨਤਾ ਨੇ ਉਹਨਾਂ ਨੂੰ ਜਵਾਬ ਦਿੱਤਾ। ਯੂਪੀ ਦੇ ਵਿੱਚ ਵੀ ਉਹ ਇਹੋ ਹੀ ਚੀਜ਼ਾਂ ਕਰਦੇ ਜਾ ਰਹੇ ਨੇ। ਕੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਸ਼ੋਭਾ ਦਿੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ? ਭਾਰਤ ਦਾ ਸੰਵਿਧਾਨ ਇਹ ਕਹਿੰਦਾ ਕਿ ਭਾਰਤ ਦਾ ਹਰੇਕ ਨਾਗਰਿਕ ਇਕੁਅਲ ਹੈ। ਤਾਂ ਇਹ ਇਕੁਅਲਾਈਜੇਸ਼ਨ ਦੀ ਫੀਲਿੰਗ ਕਿੱਥੇ ਗਈ ਹੈ? ਉਹ ਹਰ ਤਿਉਹਾਰ ਨੂੰ ਅਲੱਗ-ਅਲੱਗ
ਬਿਜਲੀ, ਕਦੇ ਬਿਜਲੀ ਦੇਣਾ, ਕਦੇ ਧਾਰਮਿਕ ਸਥਾਨ ਬਣਾਉਣਾ, ਕਬਰਿਸਤਾਨ ਬਣਾਉਣਾ, ਸ਼ਮਸ਼ਾਨ ਬਣਾਉਣਾ। ਇਸ ਤਰ੍ਹਾਂ ਦਾ ਕੱਲ ਨੂੰ ਹਰ ਬੰਦਾ ਉੱਠ ਕੇ ਕਹਿ ਦੇਗਾ ਕਿਉਂਕਿ ਮੈਂ ਇਸ ਧਰਮ ਦਾ ਬੰਦਾ, ਮੈਂ ਇਸ ਪਿੰਡ ਦੇ ਵਿੱਚ ਰਹਿਣਾ, ਇੱਥੇ ਮੇਰੇ ਧਰਮ ਦੀ ਸਥਾਨ ਬਣਨੀ ਚਾਹੀਦੀ ਹੈ। ਯੂਪੀ ਦੇ ਹਰ ਪਿੰਡ 'ਚ ਇੱਕ ਸਿੱਖ ਵੀ ਹੋ ਸਕਦਾ, ਉਹ ਉੱਥੇ ਗੁਰਦੁਆਰੇ ਨੂੰ ਲੈ ਕੇ ਲੜਾਈ ਕਰਨੀ ਸ਼ੁਰੂ ਕਰ ਦੇਣਗੇ। ਹਰ ਪਿੰਡ ਦੇ ਵਿੱਚ ਇੱਕ ਮੁਸਲਮਾਨ ਵੀ ਹੋ ਸਕਦਾ, ਉੱਥੇ ਮਸਜਿਦ ਬਣਾਉਣ ਨੂੰ ਲੈ ਕੇ ਲੜਾਈ ਹੋਣੀ ਸ਼ੁਰੂ ਹੋ ਸਕਦੀ ਹੈ। ਹਰ ਪਿੰਡ ਦੇ ਵਿੱਚ ਇੱਕ ਹਿੰਦੂ ਵੀ ਹੋ ਸਕਦਾ, ਉੱਥੇ ਮੰਦਿਰ ਬਣਾਉਣ ਨੂੰ ਲੈ ਕੇ ਲੜਾਈ ਸ਼ੁਰੂ ਹੋ ਸਕਦੀ। ਸੋ ਬੇਸਿਕਲੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਲੋਕਾਂ ਦੇ ਵਿੱਚ ਉਹਨਾਂ ਨੂੰ ਪਾੜਨ ਵਾਲੀ ਗੱਲਾਂ ਨੇ। ਔਰ ਜਿੱਥੋਂ ਤੱਕ ਰਹੀ ਬਿਜਲੀ ਦੀ ਗੱਲ, ਬਿਜਲੀ ਮੇਰੇ ਹਿਸਾਬ ਨਾਲ, ਮੇਰੀ ਆਪਣੀ ਨਿੱਜੀ ਰਾਏ ਹੈ ਕਿ ਬਿਜਲੀ 24 ਘੰਟੇ ਆਉਣੀ ਚਾਹੀਦੀ ਹੈ। ਇਹਦੇ ਵਿੱਚ ਕੋਈ ਕਾਣੀ ਵੰਡ ਜਾਂ ਕਿਸੇ ਕਿਸਮ ਦਾ ਕੋਈ ਗੱਲਾਂ ਕਰਨੀਆਂ ਹੀ ਬੇਤੁਕੀਆਂ ਗੱਲਾਂ ਨੇ ਇਹ। ਅਜੀਤ ਸਿੰਘ ਜੀ, ਕਿ ਤੁਸੀਂ ਵੀ ਇਹਨੂੰ ਬੀਜੇਪੀ ਦੁਆਰਾ ਪੋਲਰਾਈਜੇਸ਼ਨ ਕਰਨ ਦੀ ਨੀਤੀ ਕਹਿਣਾ ਚਾਹੋਗੇ, ਜਾਂ ਫਿਰ ਕਿਤੇ ਨਾ ਕਿਤੇ ਰਾਜਨੀਤਿਕ ਫਾਇਦੇ ਵਾਸਤੇ ਕੁਝ ਕਮੈਂਟ ਇਦਾਂ ਦੇ ਕੀਤੇ ਗਏ ਨੇ ਜਿਹਦੇ ਨਾਲ ਕਿ ਸਿਰਫ ਆਪਣੀ ਜੋ ਜਿੱਤਣ ਦੀ ਸਟ੍ਰੈਟਜੀ ਆ ਉਹਦੇ ਉੱਤੇ ਫੋਕਸ ਕੀਤਾ ਗਿਆ ਵਾ, ਜਦਕਿ ਪੋਲਰਾਈਜੇਸ਼ਨ ਕਰਨ ਦੀ ਬੀਜੇਪੀ ਦੀ ਬਿਲਕੁਲ ਵੀ ਇਦਾਂ ਦੀ ਇੱਛਾ ਨਹੀਂ ਸੀ। ਹਰਪ੍ਰੀਤ ਜੀ, ਖੈਰ ਮੈਨੂੰ ਇਹ ਲੱਗਦਾ ਤੁਸੀਂ ਆਪਣੇ ਸਵਾਲ 'ਚ ਕਲੀਅਰ ਨਹੀਂ ਹੈਗੇ। ਪੋਲਰਾਈਜੇਸ਼ਨ ਕੀਤੀ ਹੀ ਚੋਣਾਂ ਜਿੱਤਣ ਵਾਸਤੇ ਜਾਂਦੀ ਹੈ, ਹੋਰ ਉਹਦਾ ਕੋਈ ਮਕਸਦ ਹੁੰਦਾ ਹੀ ਨਹੀਂ ਹੈਗਾ। ਔਰ ਜਿੱਥੇ ਤੱਕ ਇਹ ਗੱਲਾਂ ਪ੍ਰਧਾਨ ਮੰਤਰੀ ਵੱਲੋਂ ਕਹਿਣੀਆਂ, ਇਹਨਾਂ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਦਾ ਜਿੱਡਾ ਕੱਦ-ਬੁੱਤ ਹੁੰਦਾ, ਜਿੱਡੀ ਉਹਦੀ ਹੈਸੀਅਤ ਹੁੰਦੀ ਹੈ, ਉਹਨਾਂ ਨੂੰ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਪਰ ਇਹਦੇ ਨਾਲ ਨਾਲ ਆਪਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ, ਉਹ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਮੁੱਖ ਬੰਦੇ ਨੇ, ਉਹ ਆਪਣੀ ਪਾਰਟੀ ਦੀ ਚੋਣਾਂ ਵਾਸਤੇ ਪ੍ਰਚਾਰ ਕਰ ਰਹੇ ਨੇ ਕਿ ਇਹ ਕੋਈ ਬੰਦਾ, ਹਾਲਾਂਕਿ ਮੈਂ ਵੀ ਕਹਿਣਾ ਕਿ ਨਹੀਂ ਉਹਨਾਂ ਦੇ ਹੈਸੀਅਤ ਦੇ ਮੁਤਾਬਕ ਗੱਲ ਹੈਗੀ ਇਹ, ਪਰ ਜਿਹੜੇ ਬੰਦੇ ਕਹਿੰਦੇ ਨੇ ਉਹਨਾਂ ਨੇ ਬਹੁਤ ਘਟੀਆ ਗੱਲ ਕੀਤੀ ਹੈ, ਉਹ ਇਹ ਦੱਸ ਸਕਦੇ ਨੇ ਕਿ ਕਦੋਂ, ਜਦੋਂ ਤੋਂ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਜਾਂ ਕਤਾਰਬੰਦੀ ਸ਼ੁਰੂ ਹੋਈ ਹੈ ਜਾਂ ਪੋਲੀਟੀਕਲ ਪਾਰਟੀਆਂ ਨੇ ਲੋਕਾਂ ਦੇ ਵੋਟਾਂ ਵਾਸਤੇ ਨੇੜੇ ਜਾਣਾ ਸ਼ੁਰੂ ਕੀਤਾ ਹੈ ਜਾਂ ਪ੍ਰੇਰਨਾ ਸ਼ੁਰੂ ਕੀਤਾ ਹੈ, ਕੋਈ ਇੱਕ ਸਮਾਂ ਇੱਕ ਪਾਰਟੀ ਵੱਲੋਂ ਕੋਈ ਕੁਝ ਇਹੋ ਜਿਹਾ ਕੀਤਾ ਗਿਆ ਕਿ ਜਾਤ ਔਰ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਅਜੀਤ ਜੀ ਮੈਨੂੰ 2017 ਦੇ ਅਜੀਤ ਜੀ ਮੈਨੂੰ 2017 ਦੇ ਯੂਪੀ ਇਲੈਕਸ਼ਨ ਦਾ ਕੋਈ ਐਗਜ਼ਾਮਪਲ ਦਓਗੇ ਕਿ ਹੋਰ ਪੋਲੀਟੀਕਲ ਲੀਡਰ ਦਾ? ਬਿਲਕੁਲ, ਜਿਹੜੀ ਪਾਰਟੀਆਂ ਇਹ ਸੰਧੀ ਹੋਈ ਹੈ ਦੋਹਾਂ ਪਾਰਟੀਆਂ ਦੀ, ਉਹ ਪਾਰਟੀਆਂ ਦੀ ਸੰਧੀ ਦਾ ਬੇਸਿਕਲੀ ਕਾਰਨ ਇਹ ਸੀ ਕਿ ਅਜੀਤ ਜੀ ਮੈਂ ਕੋਈ ਲੀਡਰ ਦੁਆਰਾ ਇਦਾਂ ਦੇ ਕਮੈਂਟ ਕੀਤੇ ਗਏ ਦਾ ਐਗਜ਼ਾਮਪਲ ਮੰਗ ਰਿਹਾ, ਮੈਂ ਪਾਰਟੀਆਂ ਦੀ ਸੰਧੀ ਉੱਤੇ ਕਮੈਂਟ ਕਰਨਾ ਨਹੀਂ ਚਾਹੁੰਦਾ। ਮੈਂ ਜੋ ਤੁਸੀਂ ਆਪੇ ਪ੍ਰਧਾਨ ਮੰਤਰੀ ਨੂੰ ਜਸਟੀਫਾਈ ਕਰ ਰਹੇ ਜੋ, ਮੈਂ ਤੁਹਾਨੂੰ ਚਾਹੁੰਦਾ ਮੈਨੂੰ ਯੂਪੀ ਇਲੈਕਸ਼ਨ ਦੇ ਵਿੱਚ ਲੈ ਰਹੀਆਂ ਹਿੱਸਾ, ਜੋ ਪੋਲੀਟੀਕਲ ਪਾਰਟੀਆਂ ਹਿੱਸਾ ਲੈ ਰਹੀਆਂ, ਕਿ ਹੋਰ ਲੀਡਰ ਦੁਆਰਾ ਇਦਾਂ ਦਾ ਕਮੈਂਟ ਕੀਤਾ ਹੋਵੇ ਉਹ ਮੈਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਕਿਵੇਂ ਤੁਸੀਂ ਕਹਿੰਦੇ ਹੋ? ਜਦੋਂ ਇਹ ਕਿਹਾ ਜਾਂਦਾ ਹੈ ਸ਼ੁਰੂ ਤੋਂ, ਚਾਹੇ ਆਪਣਾ ਮਾਇਆਵਤੀ ਜੀ ਦੀ ਪਾਰਟੀ ਹੈ ਜਾਂ ਮਾਇਆਵਤੀ ਜੀ ਵੱਲੋਂ ਉਹਨਾਂ ਨੂੰ ਐਂਟੀ ਦਲਿਤ ਦਾ ਰੌਲਾ ਪਾਇਆ ਜਾਂਦਾ ਹੈ, ਦੂਜੇ ਪਾਸੇ ਉਹਨਾਂ ਨੂੰ ਐਂਟੀ ਮੁਸਲਿਮ ਦਾ ਜਿਹੜਾ ਹੈਗਾ ਸ਼ੁਰੂ ਤੋਂ ਲੈ ਕੇ ਕਤਾਰਬੰਦੀ ਕੀਤੀ ਜਾ ਰਹੀ ਹੈ। ਤੁਸੀਂ ਕਿਵੇਂ ਕਹਿੰਦੇ ਹੋ ਕਿ ਦੂਜੀਆਂ ਪਾਰਟੀਆਂ ਹੈਗੀਆਂ ਧਰਮ ਜਾਤ ਦੀ ਰਾਜਨੀਤੀ ਨਹੀਂ ਕਰਦੀਆਂ? ਔਰ ਕਮੈਂਟ ਦੀ ਗੱਲ ਜਿਹੜੀ ਕਹਿੰਦੇ ਹੋ, ਕਮੈਂਟ ਜਿਹੜੇ ਇਹ ਹੈਗੇ, ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸ ਮਾਹੌਲ ਦੇ ਵਿੱਚ ਪਹਿਲਾਂ ਕਿਹਨੇ ਕੀਤਾ ਹੈ। ਜਦੋਂ ਇੱਕ ਹੌਟ ਕੰਪੇਨ ਚੱਲ ਰਹੀ ਹੁੰਦੀ ਹੈ, ਕੋਈ ਕਿਸੇ ਦਾ ਇੱਕ ਕਮੈਂਟ ਇਹ ਹੈ ਹੋ ਸਕਦਾ ਜਿਹੜਾ ਦੂਜੇ ਨਾਲੋਂ ਜ਼ਿਆਦਾ ਜਿਹੜਾ ਇਹ ਲੱਗੇ, ਔਰ ਉਹਦੇ ਜਵਾਬ ਦੇ ਵਿੱਚ ਐਂਟੀ ਦਲਿਤ ਸ਼ਬਦ ਦਾ ਇਸਤੇਮਾਲ ਤੇ ਬੀਜੇਪੀ ਵੀ ਕਰਦੀ ਸੀ, ਬੀਐਸਪੀ ਵੀ ਕਰਦੀ ਆ, ਕਾਂਗਰਸ ਵੀ ਕਰਦੀ ਆ, ਸਮਾਜਵਾਦੀ ਪਾਰਟੀ ਵੀ ਕਰਦੀ ਆ। ਮੈਂ ਕਿ ਰਾਜਨੀਤਾ ਦੁਆਰਾ ਕੀਤੇ ਗਏ ਕਮੈਂਟ, ਜੋ ਕਿ ਜਿਸ ਦਰਜੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾ ਕੇ ਕਮੈਂਟ ਕੀਤੇ ਆ, ਉਸ ਦਰਜੇ ਤੱਕ ਪਹੁੰਚਦੇ ਹੋਣ, ਮੈਨੂੰ ਕੋਈ ਤੁਸੀਂ ਨੇਤਾ ਦਾ ਕਮੈਂਟ ਜ਼ਰੂਰ ਦੱਸਿਓ। ਖੈਰ ਮੇਰੇ ਇਸ ਵਕਤ ਮੈਂ ਇਹ ਨਹੀਂ ਕਹਿ ਸਕਦਾ ਕਿ ਸਾਰੇ ਕਮੈਂਟ ਮੇਰੇ ਯਾਦ ਨੇ। ਆਪਾਂ ਸੀਪੀ ਸਿੰਘ ਜੀ ਜਾਂ ਦੂਜੇ ਪੈਨਲਿਸਟ ਨੂੰ ਪੁੱਛਦੇ ਆ ਜੇ ਇਹਨਾਂ ਨੂੰ ਕਿਹਨੂੰ ਚੇਤਾ ਹੋਵੇ ਕਿ ਹੋਰ ਰਾਜਨੇਤਾ ਨੇ ਇਸ ਦਰਜੇ ਤੱਕ ਜਾ ਕੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਆ। ਯੂਪੀ ਇਲੈਕਸ਼ਨ 2017 ਆਪਾਂ ਪਾਸਟ ਅੱਜ ਤੋਂ 50 ਸਾਲ ਪਿੱਛੇ ਨਹੀਂ ਜਾਣਾ, ਆਪਾਂ 2017 ਤੇ ਫੋਕਸ ਕਰਨਾ ਹੈ। ਸੀਪੀ ਸਿੰਘ ਜੀ, ਉਸ ਤੋਂ ਬਾਅਦ ਬਾਕੀ ਪੈਨਲਿਸਟ ਪਲੀਜ਼ ਮੈਨੂੰ ਕਮੈਂਟ ਜ਼ਰੂਰ ਦੱਸਿਓ ਕਿ ਜੇ ਤੁਹਾਨੂੰ ਕੋਈ ਇਦਾਂ ਦਾ ਕਮੈਂਟ ਧਿਆਨ ਆਉਂਦਾ ਵਾ ਯੂਪੀ ਇਲੈਕਸ਼ਨ 2017 ਦੇ ਵਿੱਚ।
आई थिंक सीपी सिंह जी ਨੂੰ ਕੋਈ ਆਡੀਓ ਇਸ਼ੂ ਆ ਰਿਹਾ ਵਾ ਪ੍ਰਭਮੀਤ ਸਿੰਘ ਜੀ ਮੈਂ ਕਮੈਂਟ ਕਰਨਾ ਚਾਹੂੰਗਾ। ਪਲੀਜ਼ ਗੋ ਹੈਡ। ਮੋਦੀ ਸਾਹਿਬ ਦੇ ਬਿਆਨ ਨੂੰ ਮੈਂ ਇਸ ਤਰ੍ਹਾਂ ਦੇਖਦਾ ਕਿ ਇਹਨੂੰ ਇੱਕ ਆਪਾਂ ਇੱਕ ਉਦਾਹਰਣ ਲੈ ਕੇ ਚੱਲਦੇ ਹਾਂ ਕਿ ਇੱਕ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਹੈ ਤੇ ਬਾਕੀ ਟੀਚਰ ਹੁੰਦੇ ਨੇ, ਤੇ ਸਕੂਲ ਦਾ ਪ੍ਰਿੰਸੀਪਲ ਇੰਨੀ ਹਲਕੀ ਗੱਲ ਕਰੇ ਇਹ ਉਹਨੂੰ ਸ਼ੋਭਾ ਨਹੀਂ ਦਿੰਦਾ। ਔਰ ਸਕੂਲ ਦਾ ਪ੍ਰਿੰਸੀਪਲ ਸਕੂਲ ਦੇ ਬੱਚਿਆਂ ਨੂੰ ਇਹ ਕਵੇ ਕਿ ਤੈਨੂੰ ਆਹ ਫੈਸਿਲਿਟੀ ਮਿਲੀ ਹੈ, ਤੈਨੂੰ ਆਹ ਮਿਲਣੀ ਚਾਹੀਦੀ ਹੈ, ਇਕੁਐਲਿਟੀ ਕਿੱਥੇ ਗਈ? ਅਜੀਤ ਸਿੰਘ ਜੀ ਨੇ ਇੱਕ ਗੱਲ ਕਹੀ ਕਿ ਉਹ ਇੱਕ ਪੋਲੀਟੀਕਲ ਪਾਰਟੀ ਦੇ ਲੀਡਰ ਵੀ ਨੇ। ਹਾਂ, ਉਹ ਲੀਡਰ ਹੈਗੇ ਨੇ। ਸਕੂਲ ਦਾ ਪ੍ਰਿੰਸੀਪਲ ਵੀ ਜੇ ਉਹਨੂੰ ਕਮਰਸ਼ੀਅਲ ਐਂਗਲ ਤੋਂ ਦੇਖੇ ਤਾਂ ਉਹਨੂੰ ਬਹੁਤ ਕੁਝ ਕਹਿਣ ਕਰਨ ਦਾ ਹੱਕ ਹੈ, ਪਰ ਉਹ ਸਕੂਲ ਦਾ ਪ੍ਰਿੰਸੀਪਲ ਪਹਿਲਾਂ ਹੈ, ਉਹਨੂੰ ਨਹੀਂ ਹੱਕ ਹੈ ਇੰਨੀ ਹਲਕੀ ਗੱਲ ਕਰਨ ਦਾ, ਬੱਚਿਆਂ ਦੇ ਵਿੱਚ ਭੇਦਭਾਵ ਦੀ ਭਾਵਨਾ ਪੈਦਾ ਕਰਨ ਦਾ। ਇਹੋ ਹੀ ਗੱਲ ਮੋਦੀ ਸਾਹਿਬ ਤੇ ਲਾਗੂ ਹੁੰਦੀ ਹੈ ਕਿ ਮੋਦੀ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਹਲਕੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਵੋਟਰ ਅੱਜ ਦਾ ਬਹੁਤ ਜਾਗਰੂਕ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਯੂਪੀ ਦੇ ਬਹੁਤ ਪਿਛੜੇ ਇਲਾਕਿਆਂ ਦੇ ਵਿੱਚ ਵੋਟਰ ਅੱਜ ਵੀ ਅੱਜ ਤੋਂ 20 ਸਾਲ ਪਹਿਲਾਂ ਵਾਲੇ ਹਾਲਾਤ ਦੇ ਵਿੱਚ ਬੈਠਾ ਹੋਇਆ, ਔਰ ਕਿਤੇ ਨਾ ਕਿਤੇ ਉਹਦੇ ਵਿੱਚ ਮੋਦੀ ਭਗਤਾਂ ਦੀ ਗਿਣਤੀ ਜ਼ਿਆਦਾ ਹੈ। ਸੋਸ਼ਲ ਮੀਡੀਆ ਤੇ ਹੁੰਦਾ ਪ੍ਰੋਪੇਗੈਂਡਾ ਸਾਡੇ ਸਾਰਿਆਂ ਤੋਂ ਕਿਸੇ ਤੋਂ ਲੁਕਿਆ ਨਹੀਂ ਹੋਇਆ, ਤੇ ਮੋਦੀ ਸਾਹਿਬ ਨੂੰ ਆਪਣੇ ਆਪ ਤੋਂ ਹੀ ਥੋੜਾ ਜਿਹਾ ਇਹ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਕਿ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹਾਂ, ਮੈਂ ਜੋ ਕਹਿੰਦਾ ਉਹ ਪੂਰੇ ਵਰਲਡ ਦੇ ਵਿੱਚ ਜਾਂਦੀ ਹੈ ਗੱਲ, ਔਰ ਉਸ ਗੱਲ ਦੀ ਜ਼ਿੰਮੇਵਾਰੀ ਲੈਣਾ ਜਿਹੜਾ ਉਹਨਾਂ ਨੂੰ ਇਹ ਜ਼ਿੰਮੇਵਾਰੀ ਦੀ ਉਹਨਾਂ ਨੂੰ ਫੀਲਿੰਗ ਜਿਹੜੀ ਹੈ ਉਹ ਲੈ ਕੇ ਅੱਗੇ ਗੱਲ ਕਰਨੀ ਚਾਹੀਦੀ ਹੈ। ਸਤਿ ਪ੍ਰਭਜੀਤ ਸਿੰਘ ਜੀ, ਤੁਸੀਂ ਇਹ ਕਹਿ ਰਹੇ ਹੋ ਕਿ ਜੇ ਦੂਜੇ ਪੋਲੀਟੀਕਲ ਲੀਡਰ ਇਦਾਂ ਦੇ ਕਮੈਂਟ ਕਰਦੇ ਵੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਕੁਰਸੀ ਦਾ ਲਿਹਾਜ਼ ਰੱਖਣਾ ਚਾਹੀਦਾ ਹੈ। ਜਿਹਦੀ ਪਾਰਟੀ ਨੇ ਬਹੁਤ ਲੰਬਾ ਸਮਾਂ ਰਾਜ ਕੀਤਾ ਹੈ। ਦੇਖੋ ਹਰਪ੍ਰੀਤ ਜੀ ਇੱਕ ਚੀਜ਼ ਅਜੀਤ ਸਿੰਘ ਜੀ, ਮੈਂ ਇੱਕ ਵਾਰੀ ਸੀਪੀ ਸਿੰਘ ਜੀ ਤੁਹਾਨੂੰ ਰੋਕਣਾ ਚਾਹੂੰਗਾ। ਅਜੀਤ ਸਿੰਘ ਜੀ, ਅੱਜ ਅਸੀਂ ਬਹਿਸ 2017 ਤੇ ਕਰ ਲਈਏ, ਅਸੀਂ 50 ਸਾਲ ਪਿੱਛੇ ਨਾ ਜਾਈਏ। ਅੱਜ ਗੱਲ ਕਰ ਰਹੇ ਹਾਂ, ਮੈਂ ਰਾਜਨੇਤਾਵਾਂ ਦੀ ਸੋਚ, ਉਹ ਕਿਵੇਂ ਦੇ ਲੈਕਚਰ ਦਿੰਦੇ ਨੇ, ਕਿਵੇਂ ਜੇ ਨੁਕਤੇ ਹਟਾਉਂਦੇ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਮਿਸਾਲ ਦੇਣੀ ਪੈਂਦੀ ਹੈ। ਉਸੇ ਪਾਰਟੀ ਦੇ ਰਾਹੁਲ ਗਾਂਧੀ ਜੀ ਕਿਆ 2.5 ਸਾਲਾਂ ਦੇ ਵਿੱਚ ਅੰਬਾਨੀ ਅਡਾਨੀ ਬਣ ਗਏ ਨੇ, ਸਾਰੇ ਬਣ ਗਏ। ਅੱਜ ਕਾਂਗਰਸ ਪਾਰਟੀ ਕਹਿੰਦੀ ਹੈ ਇੱਕ ਜੇ ਮੈਂ ਅੰਬਾਨੀ ਹੈ, ਇੱਕ ਮੈਂ ਅਡਾਨੀ ਹੈ। ਕਿਆ ਉਹ 2.5 ਸਾਲਾਂ ਦੇ ਮੋਦੀ ਦੇ ਰਾਜ ਵਿੱਚ ਖੜੇ ਹੋਏ ਨੇ? ਐਡਾ ਵੱਡਾ ਝੂਠ ਜਦੋਂ ਬੋਲਦੇ ਨੇ ਉਹ, ਉਦੋਂ ਕਿਉਂ ਨਹੀਂ ਕਿਸੇ ਨੂੰ ਮਹਿਸੂਸ ਹੁੰਦਾ ਕਿ ਰਾਜਨੇਤਾਵਾਂ ਨੂੰ ਐਡੀ ਮਕਾਰੀ ਤੇ ਝੂਠ ਦਾ ਆਸਰਾ ਨਹੀਂ ਲੈਣਾ ਚਾਹੀਦਾ ਹੈਗਾ? ਗੱਲ ਕੱਲੇ ਸ਼ਬਦਾਂ ਦੀ ਗੱਲ, ਸੋਚ ਨੂੰ ਵੀ ਨਾਲ ਜੋੜਨਾ ਚਾਹੀਦਾ ਜੀ। ਅਜੀਤ ਜੀ, ਰਾਜਨੇਤਾਵਾਂ ਨੂੰ ਏਦਾਂ ਨਹੀਂ ਹੋਣਾ ਚਾਹੀਦਾ। ਇਹ ਕੌਣ ਨਹੀਂ ਮੰਨ ਰਿਹਾ? ਇਹ ਏਦਾਂ ਦੀ ਭੱਦੀ ਰਾਜਨੀਤੀ, ਮਿਹਣੋ ਮਿਹਣੇ ਵਾਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਤੁਸੀਂ ਪ੍ਰਾਈਮ ਮਿਨਿਸਟਰ ਹੋ ਕਿਸੇ ਕੰਟਰੀ ਦੇ, ਤੁਸੀਂ ਇੱਕ ਸਟੇਟ ਦੇ ਹੋ ਕੇ ਨਹੀਂ ਰਹਿਣਾ, ਤੁਸੀਂ ਇੱਕ ਧਰਮ ਦੇ ਨਹੀਂ ਹੋ ਕੇ ਰਹਿਣਾ, ਤੁਸੀਂ ਕਿਸੇ ਇੱਕ ਜਾਤੀਵਾਦ ਦੇ ਵਿੱਚ ਕਿਉਂ ਫਸ ਰਹੇ ਹੋ? ਤੁਸੀਂ ਪ੍ਰਾਈਮ ਮਿਨਿਸਟਰ ਹੋ ਇੱਕ ਕੰਟਰੀ ਦੇ, ਤੁਹਾਡੇ ਕੋਲ ਪੂਰਾ ਸਟੇਟ ਪੂਰਾ ਕੰਟਰੀ ਹੈ ਜਿਹਦੇ ਵਿੱਚ ਮਲਟੀ ਸਟੇਟ ਹੈਗੇ ਨੇ, ਧਰਮ ਨਿਰਪੱਖਤਾ ਹੈ ਸਾਡੇ ਸਮਾਜ ਦੇ ਵਿੱਚ। ਤੁਸੀਂ ਇੱਕ ਯੂਪੀ ਦੀ ਸਟੇਟ ਦੇ ਵਿੱਚ ਖੜ ਕੇ ਏਦਾਂ ਦੇ ਬਿਆਨ ਜਦੋਂ ਦਿੰਦੇ ਹੋ, ਉਦੋਂ ਤੁਹਾਨੂੰ ਬੀਜੇਪੀ ਤੋਂ ਹਟ ਕੇ ਤੁਹਾਨੂੰ ਇੱਕ ਪ੍ਰਾਈਮ ਮਿਨਿਸਟਰ ਦੇ ਜਿਹੜੀ ਇੱਕ ਰੁਤਬਾ ਹੁੰਦਾ, ਜਿਹੜੀ ਉਹਦੀ ਹੈਸੀਅਤ ਹੁੰਦੀ ਹੈ, ਉਸ ਤੋਂ ਸੋਚ ਕੇ ਬੋਲਣਾ ਚਾਹੀਦਾ ਹੈ। ਨੋ ਡਾਊਟ ਜਿਹੜੇ ਹੋਰ ਵੀ ਨੇਤਾ ਨੇ, ਕਿਸੇ ਹੋਰ ਪਾਰਟੀਆਂ ਦੇ ਵੀ ਨੇਤਾ ਨੇ, ਉਹ ਬਿਲਕੁਲ ਇਦਾਂ ਦੀ ਬਿਆਨਬਾਜ਼ੀ ਕਰਦੇ ਨੇ, ਮੈਂ ਮੁਨਕਰ ਨਹੀਂ ਕਰੂੰਗਾ। ਲੇਕਿਨ ਇਦਾਂ ਦੀ ਭੱਦੀ ਸ਼ਬਦਾਵਲੀ ਜਦੋਂ ਅਸੀਂ ਇੱਕ ਸੁਪਰੀਮੋ ਵੱਲੋਂ, ਜਦੋਂ ਇੱਕ ਕੰਟਰੀ ਦੇ ਮੇਨ ਜਿਹੜਾ ਰੁਤਬੇ ਵਾਲਾ ਬੰਦਾ ਹੋਵੇ, ਜਿਹੜਾ ਪ੍ਰਾਈਮ ਮਿਨਿਸਟਰ ਲੈਵਲ ਦਾ ਬੰਦਾ ਹੋਵੇ, ਉਦੋਂ ਇਹ ਚੀਜ਼ ਜਿਹੜੀ ਹੈ ਥੋੜੀ ਖਟਕਦੀ ਹੈ। ਇਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਪ੍ਰਾਈਮ ਮਿਨਿਸਟਰ ਕੋਈ ਬਣਿਆ ਤਾਂ ਉਹ ਕਿਸ ਪਾਰਟੀ ਨਾਲ ਇਨਵੋਲਵ ਹੈ। ਕਿਸੇ ਨਾ ਕਿਸੇ ਪਾਰਟੀ ਦਾ ਤਾਂ ਪ੍ਰਾਈਮ ਮਿਨਿਸਟਰ ਬਣੇਗਾ ਹੀ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਬੀਜੇਪੀ ਹੋਵੇ। ਬਟ ਸਾਨੂੰ ਆਪਣੇ ਰੁਤਬੇ ਨੂੰ ਧਿਆਨ ਦੇ ਵਿੱਚ ਰੱਖ ਕੇ, ਸਾਨੂੰ ਆਪਣੇ ਸਟੇਟਸ ਨੂੰ ਧਿਆਨ ਦੇ ਵਿੱਚ ਰੱਖ ਕੇ ਉਸ ਸਟੇਜ ਤੋਂ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਨੋ ਡਾਊਟ ਰਾਹੁਲ ਗਾਂਧੀ ਵੀ ਇਦਾਂ ਦੀ ਬਿਆਨਬਾਜ਼ੀ ਕਰਦੇ ਨੇ, ਲੇਕਿਨ ਉਹਨਾਂ ਦਾ ਰੁਤਬਾ ਉਸ ਵੇਲੇ ਪਾਰਟੀ ਸੁਪਰੀਮੋ ਦਾ ਹੁੰਦਾ, ਨਾਟ ਐਜ਼ ਅ ਪ੍ਰਾਈਮ ਮਿਨਿਸਟਰ। ਸੋ ਜੇ ਤੁਸੀਂ ਮਾਇਆਵਤੀ ਦੀ ਵੀ ਗੱਲ ਕਰੋ, ਮਾਇਆਵਤੀ ਨੇ ਵੀ ਇਹੋ ਜਿਹੀ ਸ਼ਬਦਾਵਲੀ ਯੂਜ਼ ਕੀਤੀ ਕਿ ਨੋ ਨੈਗੇਟਿਵ ਮੈਨ ਉਹਨਾਂ ਨੇ ਕਿਹਾ, ਉਹਨਾਂ ਨੇ ਨੋ ਨੈਗੇਟਿਵ ਮੈਨ ਉਹਨਾਂ ਨੂੰ ਕਿਹਾ, ਉਹ ਵੀ ਗਲਤ ਹੈ। ਜਦੋਂ ਅਸੀਂ ਰਾਜਨੀਤੀ ਦੇ ਵਿੱਚ ਇਦਾਂ ਦੀ ਸ਼ਬਦਾਵਲੀ ਨੂੰ ਇਨਵੋਲਵ ਕਰ ਦਿੰਦੇ ਆ, ਉਦੋਂ ਇਹ ਚੀਜ਼ ਜਿਹੜੀ ਹੈ ਸਾਨੂੰ ਖਟਕਦੀ ਹੈ। ਔਰ ਬੀਇੰਗ ਅ ਪ੍ਰਾਈਮ ਮਿਨਿਸਟਰ, ਜਿਵੇਂ ਸ਼ਬਦੀਸ਼ ਜੀ ਨੇ ਕਿਹਾ ਕਿ ਉਹਨਾਂ ਨੂੰ ਸ਼ਰਮ ਆਉਂਦੀ ਹੈ, ਬਿਲਕੁਲ ਸਾਰੇ ਹੀ ਇੰਡੀਅਨ ਨਾਗਰਿਕਾਂ ਦਾ ਜਿਹੜਾ ਸਿਰ ਝੁਕਦਾ ਹੈ ਜਦੋਂ ਇਦਾਂ ਦੀ ਸ਼ਬਦਾਵਲੀ ਯੂਜ਼ ਹੁੰਦੀ ਹੈ, ਜਦੋਂ ਸ਼ਮਸ਼ਾਨ ਔਰ ਕਬਰਿਸਤਾਨ ਨੂੰ ਅਲੱਗ-ਅਲੱਗ ਦੇਖਿਆ ਜਾਂਦਾ ਹੈ, ਜਦੋਂ ਮੰਦਿਰ ਔਰ ਮਸਜਿਦ ਨੂੰ ਅਲੱਗ-ਅਲੱਗ ਦੇਖਿਆ ਜਾਂਦਾ ਹੈ, ਜਦੋਂ ਮੁਸਲਮਾਨ ਤੇ ਹਿੰਦੂਆਂ ਦੇ ਵਿੱਚ ਭੇਦਭਾਵ ਪਾਇਆ ਜਾਂਦਾ ਹੈ, ਉਦੋਂ ਇਹ ਚੀਜ਼ ਖਟਕਦੀ ਹੈ। ਜੀ ਸ਼ਬਦੀਸ਼, ਮੈਂ ਕਹਿਣਾ ਕਿ ਮੈਂ ਕੋਈ ਸ਼ਬਦੀਸ਼ ਜੀ ਨੂੰ ਨਹੀਂ ਝੁਕਦਾ ਹੈਗਾ, ਕੋਈ ਸ਼ਬਦੀਸ਼ ਜੀ ਨੂੰ ਜ਼ਰੂਰ ਚਾਹੂੰਗਾ। ਅਜੀਤ ਜੀ ਤੁਸੀਂ ਦੂਜੇ ਪੈਨਲਿਸਟ ਨੂੰ ਮੌਕਾ ਜ਼ਰੂਰ ਦੇਣਾ ਚਾਹੂੰਗਾ। ਸ਼ਬਦੀਸ਼ ਜੀ, ਮੈਂ ਬਾਅਦ ਚ ਬੋਲਦਾ। ਉਦੋਂ ਜਿਹੜਾ ਹੈਗਾ ਉਹਨੂੰ ਹਰ ਜਗ੍ਹਾ ਮਜ਼ਾਕ ਉਡਾਇਆ ਜਾਂਦਾ ਹੈ, ਹਰ ਜਗ੍ਹਾ ਸਾਈਡ ਟਰੈਕ ਹੋ ਕੇ ਉੱਤੇ ਝੂਠੇ ਇਲਜ਼ਾਮ ਲਾਏ ਜਾਂਦੇ ਨੇ।
ਆਪਣੀ ਪਿਛਲੀਆਂ ਕਰਤੂਤਾਂ ਨੂੰ ਛੱਡ ਕੇ ਅੱਜ ਆਪਣੇ ਆਪ ਨੂੰ ਦੁੱਧ ਉੱਤੇ ਪੇਸ਼ ਕਰਕੇ ਉਸ ਬੰਦੇ ਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ, ਉਹਦੇ ਤੇ ਇਲਜ਼ਾਮ ਲਾਏ ਜਾਂਦੇ ਅਜੀਤ ਜੀ ਨੇ। ਕੀ ਅਸੀਂ 2017 ਯੂਪੀ ਇਲੈਕਸ਼ਨ ਤੇ ਗੱਲਬਾਤ ਕਰ ਲਈਏ? ਤੁਸੀਂ ਅਜੇ ਤੱਕ ਮੈਨੂੰ ਇੱਕ ਵੀ ਐਗਜ਼ਾਮਪਲ ਨਹੀਂ ਦਿੱਤਾ ਜਿਹਨੂੰ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ ਨਾਲ ਕੰਪੇਅਰ ਕਰ ਸਕਦੇ ਹਾਂ। ਸੰਵਿਧਾਨਕ ਅਹੁਦੇ ਤੇ ਸਤੀਸ਼ ਬੈਠੇ ਜੀ। ਬੰਦੇ ਨੂੰ ਇੰਨੀ ਹਲਕੀ ਗੱਲ ਵੈਸੇ ਨਹੀਂ ਕਰਨੀ ਚਾਹੀਦੀ। ਨਹੀਂ ਕਰਨੀ ਸਤੀਸ਼ ਚਾਹੀਦੀ। ਜੀ, ਔਰ ਉਹਦੇ ਜਦੋਂ ਬੈਠੇ ਅਸੀਂ ਬੰਦੇ ਦੀ ਘਾਈ ਚ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਅਜੀਤ ਜੀ, ਸਰ ਕੀ ਮੈਂ ਸਬਦੀਸ਼ ਜੀ ਨੂੰ ਦਾ ਗੱਲ ਮੌਕਾ ਦੇ ਸਕਦਾ ਹਾਂ? ਬਿਲਕੁਲ। ਸਬਦੀਸ਼ ਜੀ ਹਰਪ੍ਰੀਤ ਪਲੀਜ਼। ਜੀ, ਸਵਾਲ ਇਹ ਹੈ ਕਿ ਜਦੋਂ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰ ਰਹੇ ਹਾਂ, ਅਸੀਂ ਮੰਗ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਦਾ ਇਸ ਕਰਕੇ ਵੀ ਸਨਮਾਨ ਹੋਣਾ ਚਾਹੀਦਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਬੈਠੇ ਹੋਏ ਨੇ। ਤਾਂ ਇਹਦਾ ਮਤਲਬ ਇਹ ਵੀ ਇੱਕ ਨਿਕਲਦਾ ਕਿ ਪ੍ਰਧਾਨ ਮੰਤਰੀ ਦੀ ਭਾਸ਼ਾ ਵੀ ਦੂਜਿਆਂ ਪ੍ਰਤੀ ਸਨਮਾਨਯੋਗ ਹੋਣੀ ਚਾਹੀਦੀ ਹੈ। ਇਹਦੇ 'ਚ ਜੇ ਕੋਈ ਡਿਮਾਂਡ ਕਰਦਾ ਵੀ ਹੈ ਕਿ ਪ੍ਰਧਾਨ ਮੰਤਰੀ ਦੀ ਭਾਸ਼ਾ ਸਨਮਾਨਯੋਗ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਆਬਜੈਕਸ਼ਨੇਬਲ ਗੱਲ ਕਰ ਰਿਹਾ ਹੁੰਦਾ। ਸਵਾਲ ਸਾਡੇ ਸਾਹਮਣੇ ਇਹ ਹੈ ਕਿ ਕੀ ਪ੍ਰਧਾਨ ਮੰਤਰੀ ਜਦੋਂ ਬੋਲਦੇ ਨੇ ਰੈਲੀਆਂ ਦੇ ਵਿੱਚ, ਜਦੋਂ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਭਾਸ਼ਣ ਕਰਦੇ ਨੇ, ਸਾਬਕਾ ਪ੍ਰਧਾਨ ਮੰਤਰੀ ਤੇ ਰੇਨਕੋਟ ਵਾਲੀ ਭਾਸ਼ਾ ਦੀ ਗੱਲ ਕਰਦੇ ਨੇ, ਬਹੁਜਨ ਸਮਾਜ ਪਾਰਟੀ ਦੀ ਸੰਪਤੀ ਪਾਰਟੀ ਕਹਿੰਦੇ ਨੇ, ਕਿ ਉਹ ਸੱਚਮੁੱਚ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਜਿਹੜਾ ਵਕਾਰ ਆ ਉਹਦੇ ਮੁਤਾਬਕ ਗੱਲ ਕਰ ਰਹੇ ਨੇ? ਜੇ ਉਹਦੇ ਮੁਤਾਬਕ ਗੱਲ ਨਹੀਂ ਕਰ ਰਹੇ ਤੇ ਫਿਰ ਲੋਕਾਂ ਨੂੰ ਇੱਕ ਹੱਕ ਜਾਂਦਾ ਹੈ ਕਿ ਉਹ ਸਵਾਲ ਖੜਾ ਕਰਨ ਕਿ ਸਾਡੇ ਪ੍ਰਧਾਨ ਮੰਤਰੀ ਏਦਾਂ ਦੀ ਭਾਸ਼ਾ ਕਿਉਂ ਵਰਤਦੇ ਨੇ। ਤੁਸੀਂ ਵਾਰ-ਵਾਰ ਅਜੀਤ ਜੀ ਤੋਂ ਪੁੱਛਿਆ, ਮੈਂ ਹਾਲਾਂਕਿ ਅਜੀਤ ਜੀ ਤੋਂ ਵੀ ਪਹਿਲਾਂ ਇਹ ਗੱਲ ਕਹਿ ਚੁੱਕਾ ਹੈ ਕਿ ਜਿਹੜੀ ਭਾਸ਼ਾ ਵਰਤੀ ਹੈਗੀ ਸਾਡੇ ਜਵਾਬ ਦੇ ਵਿੱਚ ਹੀ ਚਾਹੇ ਵਰਤੀ ਗਈ ਹੈ, ਗੁੱਸੇ ਕਰਕੇ ਵਰਤੀ ਗਈ ਹੈ ਆਪਣੇ ਅਖਿਲੇਸ਼ ਵੱਲੋਂ, ਮੈਂ ਤਾਂ ਉਹਦੇ ਨਾਲ ਵੀ ਐਗਰੀ ਨਹੀਂ ਕਰਦਾ ਜਦੋਂ ਉਹਨੇ ਕਿਹਾ ਕਿ ਯੂਪੀ ਦੇ ਗਧਿਆਂ ਦਾ ਪ੍ਰਚਾਰ ਕੀਤਾ ਜਾ ਰਿਹਾ। ਮੈਨੂੰ ਪਤਾ ਉਹਨਾਂ ਨੇ ਗਧਿਆਂ ਵਾਲੀ ਜਿਹੜੀ ਬਿਲਕੁਲ ਹੈ ਸੀ ਆਪਣਾ ਐਡ, ਉਹਦੇ ਹਵਾਲੇ ਨਾਲ ਗੱਲ ਕਰਦੇ ਮੈਨੂੰ ਇਹ ਵੀ ਇੱਕ ਬਹੁਤ ਕਲੀਅਰ ਹੈ ਕਿ ਉਹਨਾਂ ਨੇ ਗਧੇ ਕਿਹਨਾਂ ਨੂੰ ਕਿਹਾ। ਉਹਨਾਂ ਨੇ ਸਿਰਫ ਗਧਿਆਂ ਦੀ ਗੱਲ ਹੀ ਕੀਤੀ। ਮੈਂ ਉਹਨੂੰ ਵੀ ਬਿਲਕੁਲ ਕਹਿਣਾ ਕਿ ਉਹਨਾਂ ਦੀ ਵੀ ਭਾਸ਼ਾ ਗਲਤ ਹੈ, ਉਸ ਭਾਸ਼ਾ ਨੂੰ ਵੀ ਮੈਂ ਰੱਦ ਕਰਦਾ, ਪਰ ਮੁੱਖ ਮੰਤਰੀ ਦੇ ਤੌਰ ਤੇ ਵੀ ਉਹ ਗਲਤ ਨੇ, ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਪ੍ਰਧਾਨ ਮੰਤਰੀ ਉਸ ਤੋਂ ਵੀ ਜ਼ਿਆਦਾ ਗਲਤ ਨੇ। ਔਰ ਦੂਸਰੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ, ਜੇ ਅਸੀਂ ਪ੍ਰਧਾਨ ਮੰਤਰੀ ਨੂੰ ਅਖਿਲੇਸ਼ ਯਾਦਵ ਦੇ ਮੁਕਾਬਲੇ ਤੇ ਖੜਾ ਕਰੀਏ, ਜੇ ਅਸੀਂ ਪ੍ਰਧਾਨ ਮੰਤਰੀ ਨੂੰ ਰਾਹੁਲ ਗਾਂਧੀ ਦੇ ਮੁਕਾਬਲੇ ਦੇ ਉੱਤੇ ਖੜਾ ਕਰਕੇ ਦੇਖੀਏ ਤੇ ਉਮਰ ਦੇ ਲਿਹਾਜ਼ ਨਾਲ ਵੀ, ਅਹੁਦੇ ਦੇ ਲਿਹਾਜ਼ ਨਾਲ ਵੀ, ਰਾਜਨੀਤਿਕ ਤਜਰਬੇ ਦੇ ਲਿਹਾਜ਼ ਨਾਲ ਵੀ ਉਹ ਇਹਨਾਂ ਦੋਨਾਂ ਨੌਜਵਾਨਾਂ ਨਾਲੋਂ ਕਿਤੇ ਜ਼ਿਆਦਾ ਵੱਧ ਰਿਸਪੌਂਸੀਬਲ ਕਿਸਮ ਦੇ ਮਨੁੱਖ ਦੇ ਤੌਰ ਤੇ ਉੱਭਰਨੇ ਚਾਹੀਦੇ ਨੇ। ਪਰ ਅਸੀਂ ਨੋਟ ਕਰਦੇ ਹਾਂ ਕਿ ਉਹਨਾਂ ਦੀ ਭਾਸ਼ਾ ਬਹੁਤ ਵਾਰ ਇਹਨਾਂ ਦੋਨਾਂ ਨਾਲੋਂ ਵੀ ਨੀਵੇਂ ਪੱਧਰ ਦੇ ਉੱਤੇ ਚਲੇ ਜਾਂਦੀ ਹੈ। ਜੇ ਇਹ ਚਲੇ ਜਾਂਦੀ ਹੈ ਤਾਂ ਅਸੀਂ ਆਪਣੇ ਦੇਸ਼ ਦੇ ਵਾਸੀ ਹੁੰਦੇ ਹੋਏ ਆਪਣੇ ਦੇਸ਼ ਦੇ ਵਿੱਚ ਜੋ ਰਾਜਨੀਤਿਕ ਤੌਰ ਤੇ ਵਾਪਰ ਰਿਹਾ ਉਹਦੇ ਪ੍ਰਤੀ ਜੇ ਅਸੀਂ ਕੋਈ ਕਮੈਂਟ ਕਰਦੇ ਹਾਂ ਤਾਂ ਇਹ ਸਾਡੀ ਇੱਕ ਜ਼ਿੰਮੇਵਾਰੀ ਵੀ ਹੈ। ਔਰ ਸਾਡੀ ਇਹ ਡਿਮਾਂਡ ਕੋਈ ਗਲਤ ਨਹੀਂ ਹੈ ਪ੍ਰਧਾਨ ਮੰਤਰੀ ਤੋਂ ਕਿ ਉਹ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਜ਼ਿੰਮੇਵਾਰੀ ਵਾਲੇ ਸ਼ਬਦਾਂ ਦਾ ਇਸਤੇਮਾਲ ਕਰੇ। ਜੇ ਉਹ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਇਹ ਕਹਿ ਦੇਣ ਕਿ ਬਹੁਜਨ ਸਮਾਜ ਪਾਰਟੀ ਦਲਿਤਾਂ ਦੇ ਹੱਕ ਦੇ ਦਾਅਵੇਦਾਰ ਹੋਣ ਦਾ ਢੋਂਗ ਰੱਖਦੀ ਹੈ ਜਾਂ ਪਖੰਡ ਵੀ ਕਰਦੀ ਹੈ, ਸ਼ਬਦ ਨਾ ਵਰਤਣ, ਇਹ ਵੀ ਜਗ੍ਹਾ ਦੇ ਉੱਤੇ ਇਹ ਵਰਤਦੇ ਨੇ ਕਿ ਉਹ ਦਾਅਵਾ ਤਾਂ ਕਰਦੀ ਹੈ ਪਰ ਉਹ ਦਲਿਤਾਂ ਦੇ ਕਲਿਆਣ ਲਈ ਬੀਜੇਪੀ ਨਾਲੋਂ ਵੱਧ ਬਿਹਤਰ ਪਾਰਟੀ ਨਹੀਂ ਹੋ ਸਕਦੀ, ਤਾਂ ਸ਼ਾਇਦ ਕਿਸੇ ਨੂੰ ਵੀ ਕੋਈ ਇਤਰਾਜ਼ ਨਾ ਹੋਵੇ। ਇਸੇ ਤਰ੍ਹਾਂ ਦੀਆਂ ਗੱਲਾਂ ਜੇ ਉਹ ਕਬਰਸਤਾਨਾਂ ਬਾਰੇ ਕਰਦੇ ਨੇ ਜਾਂ ਦੀਵਾਲੀ ਤੇ ਬਿਜਲੀ ਆਉਣ ਦੀਆਂ ਗੱਲਾਂ ਕਰਦੇ ਨੇ, ਮੈਂ ਤਾਂ ਬਿਲਕੁਲ ਸਿੰਪਲ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ, ਮੈਂ ਇਹ ਵੀ ਨਹੀਂ ਕਹਿੰਦਾ ਕਿ ਗੰਗਾ ਦੀ ਕਸਮ ਖਾ ਕੇ ਕਹਿਣ ਜਿਵੇਂ ਅਖਿਲੇਸ਼ ਨੇ ਕਿਹਾ, ਕੀ ਪ੍ਰਧਾਨ ਮੰਤਰੀ ਸੱਚਮੁੱਚ ਇਹ ਸਾਬਤ ਕਰ ਸਕਦੇ ਨੇ ਕਿ ਦੀਵਾਲੀ ਵਾਲੇ ਦਿਨ ਬਿਜਲੀ ਚਲੀ ਜਾਂਦੀ ਹੈ ਤੇ ਰਮਜ਼ਾਨ ਵਾਲੇ ਦਿਨ ਬਿਜਲੀ ਆ ਜਾਂਦੀ ਹੈ ਯੂਪੀ ਦੇ ਵਿੱਚ? ਜੇ ਤੇ ਸੱਚਮੁੱਚ ਏਦਾਂ ਵਾਪਰਿਆ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਖਿਲੇਸ਼ ਯਾਦਵ ਇਹਦੇ ਵਿੱਚ ਗਲਤ ਹੈ ਔਰ ਅਖਿਲੇਸ਼ ਯਾਦਵ ਨੇ ਇੱਕ ਧਰਮ ਦੇ ਨਾਲ ਵਿਤਕਰਾ ਕੀਤਾ। ਪ੍ਰਧਾਨ ਮੰਤਰੀ ਦੇ ਸ਼ਬਦ ਤਾਂ ਇਹ ਬੋਲਦੇ ਨੇ ਕਿ ਵਿਤਕਰਾ ਨਹੀਂ ਹੋਣਾ ਚਾਹੀਦਾ, ਪਰ ਪ੍ਰਧਾਨ ਮੰਤਰੀ ਦੀ ਭਾਵਨਾ ਇਹ ਹੈ ਕਿ ਕਤਾਰਬੰਦੀ ਹੋਣੀ ਚਾਹੀਦੀ। ਦੂਸਰੀ ਗੱਲ, ਜੇ ਪ੍ਰਧਾਨ ਮੰਤਰੀ ਨੂੰ ਰਮਜ਼ਾਨ ਦੀ ਬਿਜਲੀ ਤੇ ਦੀਵਾਲੀ ਦੀ ਬਿਜਲੀ ਦੋਨਾਂ ਦੀ ਬਹੁਤ ਜ਼ਰੂਰਤ ਹੈ, ਜਦੋਂ ਕਬਰਸਤਾਨ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਸ਼ਮਸ਼ਾਨ ਦੀ ਵੀ ਲੋੜ ਹੈ, ਤੇ ਪ੍ਰਧਾਨ ਮੰਤਰੀ ਤੋਂ ਇਹ ਵੀ ਪੁੱਛਿਆ ਜਾਣਾ ਚਾਹੀਦਾ ਕਿ ਉਹਨਾਂ ਦੀ ਪਾਰਟੀ ਨੇ ਕਿੰਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ, ਜੇ ਨਹੀਂ ਦਿੱਤੀਆਂ ਤੇ ਉਹਦੇ ਪਿੱਛੇ ਭਾਵਨਾ ਕੀ ਹੈ।
ਈਵਨ ਉਹਨਾਂ ਨੇ ਰਿਜ਼ਰਵੇਸ਼ਨ ਤੋਂ ਬਾਹਰ ਜਾ ਕੇ ਕੀ ਕਿਸੇ ਇੱਕ ਵੀ ਦਲਿਤ ਨੂੰ ਵਾਧੂ ਟਿਕਟ ਦਿੱਤੀ ਹੈਗੀ ਯੂਪੀ ਦੇ ਵਿੱਚ? ਜੇ ਨਹੀਂ ਦਿੱਤੀ ਤਾਂ ਸਵਾਲ ਉਹਨਾਂ ਦੇ ਉੱਤੇ ਇਹ ਜ਼ਰੂਰ ਉੱਠੇਗਾ ਕਿ ਰਿਜ਼ਰਵੇਸ਼ਨ ਦੀ ਮਜਬੂਰੀ ਵਸ ਟਿਕਟਾਂ ਦੇਣਾ ਹੋਰ ਚੀਜ਼ ਹੈ। ਅਦਰਵਾਈਜ਼ ਜੇ ਮੁਸਲਮਾਨਾਂ ਦੀ ਰਿਜ਼ਰਵੇਸ਼ਨ ਹੁੰਦੀ, ਹੋ ਸਕਦਾ ਪ੍ਰਧਾਨ ਮੰਤਰੀ ਮੁਸਲਮਾਨਾਂ ਦੀਆਂ ਟਿਕਟਾਂ ਵੀ ਸਾਡੇ ਸਾਹਮਣੇ ਲੱਭ ਕੇ ਲੈ ਆਉਂਦੇ। ਇੰਨੀ ਕੁ ਗੱਲ ਸਾਨੂੰ ਜ਼ਰੂਰ ਸਮਝਣੀ ਚਾਹੀਦੀ। ਬਾਕੀ ਗੱਲ ਮੈਂ ਅਗਲੀ ਇਹ ਕਹਿਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਹੋਵੇ ਜਾਂ ਅਖਿਲੇਸ਼ ਯਾਦਵ ਹੋਵੇ ਜਾਂ ਰਾਹੁਲ ਗਾਂਧੀ ਹੋਵੇ, ਚਾਹੇ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਹੋਵੇ, ਕੈਪਟਨ ਅਮਰਿੰਦਰ ਸਿੰਘ ਹੋਵੇ, ਜਦੋਂ ਉਹ ਗਲਤ ਭਾਸ਼ਾ ਬੋਲਦੇ ਨੇ ਤਾਂ ਸਾਨੂੰ ਉਹਨਾਂ ਨੂੰ ਗਲਤ ਕਹਿਣਾ ਚਾਹੀਦਾ। ਮੇਰੀ ਰਾਜਨੀਤਿਕ ਸੋਚ ਹੋ ਸਕਦਾ ਕਿਸੇ ਇੱਕ ਦੇ ਹੱਕ 'ਚ ਹੋਵੇ ਜਾਂ ਸਾਰਿਆਂ ਦੇ ਖਿਲਾਫ ਹੋਵੇ, ਪਰ ਰਾਜਨੀਤਿਕ ਤੌਰ ਦੇ ਉੱਤੇ ਕਿਸੇ ਵਿਰੋਧੀ ਦੇ ਖਿਲਾਫ ਬੋਲਣ ਦੇ ਲਈ ਰਿਸਪੌਂਸਿਬਿਲਿਟੀ ਤੋਂ ਬਿਨਾਂ ਇੱਕ ਜਰਨਲਿਸਟ ਦੇ ਤੌਰ ਦੇ ਉੱਤੇ ਸਪੋਰਟ ਕਰਦੇ ਜਾਣਾ ਵੀ ਮੈਂ ਸਮਝਦਾ ਜਰਨਲਿਜ਼ਮ ਦੀ ਵੀ ਇੱਕ ਤਸੀਲ ਹੈ, ਔਰ ਬਹੁਤ ਸਾਰੇ ਜਰਨਲਿਸਟ ਇਸ ਤਰ੍ਹਾਂ ਨਾਲ ਕਰਦੇ ਨੇ। ਔਰ ਪੈਨਲ ਦੇ ਵਿੱਚ ਜੇ ਬੈਠ ਕੇ ਅਸੀਂ ਕਰੀਏ ਤਾਂ ਮੇਰੇ ਖਿਆਲ ਮੁਤਾਬਕ ਇਹ ਉਸ ਤੋਂ ਵੀ ਬੁਰੀ ਗੱਲ ਹੈ, ਕਿਉਂਕਿ ਅਸੀਂ ਆਖਰਕਾਰ ਲੋਕਾਂ ਨੂੰ ਜ਼ਿੰਮੇਵਾਰੀ ਵਾਲੀ ਗੱਲ ਦੱਸਣ ਦੇ ਲਈ ਬੈਠੇ ਹਾਂ। ਅਸੀਂ ਕੋਈ ਕਿਸੇ ਨਾਲ ਕਿਸੇ ਇੱਕ ਵਿਚਾਰਧਾਰਾ, ਕਿਸੇ ਇੱਕ ਪਾਰਟੀ, ਕਿਸੇ ਇੱਕ ਬੰਦੇ ਦੀ ਮਾਣ ਸਤਿਕਾਰ ਵਧਾਉਣ ਲਈ ਜਾਂ ਗਿਰਾਉਣ ਲਈ ਨਹੀਂ ਬੈਠੇ। ਅਸੀਂ ਜੋ ਕੋਈ ਗਲਤ ਹੈ ਉਹਨੂੰ ਗਲਤ ਕਹਿਣ ਲਈ ਬੈਠੇ ਹਾਂ, ਜੇ ਕੋਈ ਰੌਂਗ ਹੈ ਉਹਨੂੰ ਰੌਂਗ ਕਹਿਣ ਲਈ ਬੈਠੇ ਹਾਂ। ਜੇ ਪ੍ਰਧਾਨ ਮੰਤਰੀ ਕੋਈ ਚੰਗਾ ਕੰਮ ਕਰੇ ਬਿਲਕੁਲ ਉਹਨੂੰ ਅਸੀਂ ਸਪੋਰਟ ਕਰਾਂਗੇ। ਜੇ ਪ੍ਰਧਾਨ ਮੰਤਰੀ ਗਲਤ ਕੰਮ ਕਰਨਗੇ ਤਾਂ ਪੋਲੀਟਿਕਸ ਦੇ ਲਿਹਾਜ਼ ਨਾਲ ਨਹੀਂ, ਉਹਨਾਂ ਦੇ ਗਲਤ ਕੰਮ ਦੇ ਲਿਹਾਜ਼ ਦੇ ਨਾਲ ਗਲਤ ਕਹਾਂਗੇ। ਮੈਂ ਭਾਸ਼ਾ ਦੇ ਆਧਾਰ ਤੇ ਜਦੋਂ ਗੱਲ ਕਰ ਰਿਹਾ ਤਾਂ ਬਿਲਕੁਲ ਇਹ ਸੋਚ ਕੇ ਹੀ ਕਰ ਰਿਹਾ ਕਿ ਉਹ ਕਤਾਰਬੰਦੀ ਵਾਲੀ ਭਾਵਨਾ ਨਾਲ ਭਾਸ਼ਾ ਦਾ ਇਸਤੇਮਾਲ ਕਰ ਰਹੇ ਨੇ। ਜੇ ਗੱਲ ਕਰੀਏ ਬਿਹਾਰ ਦੀ ਇਲੈਕਸ਼ਨ ਦੀ, ਉੱਥੇ ਵੀ ਕੁਝ ਏਦਾਂ ਦੇ ਹੀ ਰਣਨੀਤੀ ਬੀਜੇਪੀ ਵੱਲੋਂ ਅਪਣਾਈ ਗਈ ਸੀ। ਹਾਂ, ਚਾਹੇ ਨਾ ਪਾਕਿਸਤਾਨ ਦਾ ਲਿਆ ਸੀ, ਪਰ ਬਿਹਾਰ ਵਿੱਚ ਵੀ ਬੀਜੇਪੀ ਉਹਨਾਂ ਵਧੀਆ ਅਸੀਂ ਕਹਿ ਸਕਦੇ ਜਿੱਤ ਹਾਸਿਲ ਨਹੀਂ ਕਰ ਪਾਈ ਸੀ। ਹੁਣ ਜੇ ਅਸੀਂ ਯੂਪੀ ਤੇ ਆਉਂਦੇ ਆ ਤੇ ਆਪੋਜੀਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ ਤੋਂ ਬਾਅਦ ਆਪੋਜੀਸ਼ਨ ਨੇ ਕਹਿਣਾ ਸ਼ੁਰੂ ਕਰਤਾ ਹੈ ਕਿ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨੂੰ ਹਾਰ ਦਿਖ ਰਹੀ ਹੈ। ਕੁਝ ਲੀਡਰ ਨੇ ਤੇ ਵੀ ਕਹਿਣਾ ਸ਼ੁਰੂ ਕਰਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੋਡੀ ਲੈਂਗੁਏਜ ਵੀ ਦੱਸਦੀ ਆ ਕਿ ਬੀਜੇਪੀ ਯੂਪੀ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੀ। ਪਰ ਜੇ ਪੋਲੀਟੀਕਲ ਐਨਾਲਿਸਟ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਅਜੇ ਤੱਕ ਮੇਰੇ ਨਾਲ ਸਾਰੇ ਪੈਨਲਿਸਟ ਵੀ ਐਗਰੀ ਹੋਣਗੇ ਕਿ ਯੂਪੀ ਦੀ ਇਲੈਕਸ਼ਨ ਵਿੱਚ ਕਿਹੜੀ ਪਾਰਟੀ ਅੱਗੇ ਚੱਲ ਰਹੀ ਆ, ਇਹ ਕਹਿਣਾ ਕਾਫੀ ਟਫ ਆ ਜਾਂ ਇੱਕ ਪਹਿਲੀ ਬਣੀ ਹੋਈ ਆ। ਤੇ ਸਵਾਲ ਆਪਣੇ ਪੈਨਲਿਸਟ ਤੋਂ ਮੈਂ ਇਹ ਕਰਨਾ ਚਾਹੂੰਗਾ ਕਿ ਇਸ ਬਿਆਨ ਤੋਂ ਬੀਜੇਪੀ ਦੀ ਅਸੀਂ ਇਹ ਕਹਿ ਸਕਦੇ ਹਾਂ ਕਿ ਬੀਜੇਪੀ ਨੂੰ ਹਾਰ ਦਿਖ ਰਹੀ ਆ। ਹਰਪ੍ਰੀਤ ਜੀ, ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਉੱਥੇ ਅਜੇ ਨੱਕੋ ਨੱਕ ਲੜਾਈ ਹੋ ਰਹੀ ਹੈ। ਕੋਈ ਪਾਰਟੀ ਪੂਰੀ ਕੌਨਫੀਡੈਂਟ ਨਹੀਂ ਹੈਗੀ। ਇਸ ਕਰਕੇ ਖਦਸ਼ਾ ਚਾਹੇ ਕਾਂਗਰਸ ਤੇ ਇਹਦਾ ਸਮਾਜਵਾਦੀ ਪਾਰਟੀ ਦਾ ਜਿਹੜਾ ਅਲਾਇੰਸ ਆ ਉਹ ਹੋਵੇ ਤੇ ਚਾਹੇ ਬੀਜੇਪੀ ਹੋਵੇ, ਇਹਨਾਂ ਦੇ ਕਿਤੇ ਪਛੜ ਜਾਣ ਦਾ ਖਦਸ਼ਾ ਦੋਵਾਂ ਦੇ ਵਿੱਚ ਹੈਗਾ ਹੈ। ਔਰ ਇਹੀ ਇੱਕ ਕਾਰਨ ਹੈ ਕਿ ਕਤਾਰਬੰਦੀ ਨੂੰ ਤਿੱਖੀ ਕਰਨ ਵਾਸਤੇ ਤਿੱਖੇ ਬਿਆਨ ਜਿਹੜੇ ਹੈਗੇ ਹਰ ਤਰ੍ਹਾਂ ਦਾ, ਜਿਵੇਂ ਕਹਿ ਲਓ, ਹੱਥ ਕੰਡਾ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਵੇਂ ਪਾਰਟੀਆਂ ਵੱਲੋਂ। ਅਸਲ ਦੇ ਵਿੱਚ ਇੱਕ ਪਰਸੈਪਸ਼ਨ ਬਣ ਗਈ ਹੈ ਕਿ ਲੋਕਾਂ ਨੂੰ ਇਹ ਕਹੀ ਜਾਓ ਕਿ ਇੱਕ ਪਾਰਟੀ ਜਿਹੜੀ ਹੈਗੀ ਉਹ ਹਿੰਦੂਤਵਵਾਦੀ ਹੈ, ਦੂਸਰੇ ਤੋਂ ਕਮਿਊਨਿਟੀ ਜਿਹੜੀ ਹੈਗੀ ਮਾਈਨੋਰਿਟੀ ਕਮਿਊਨਿਟੀ ਉਹ ਤੋਂ ਵਿਰੁੱਧ ਹੈ। ਇਹਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾਂਦਾ ਹੈ। ਹਾਲਾਂਕਿ ਉਹ ਗੱਲਾਂ ਹੁਣ ਵੋਟਰਾਂ ਦੀ ਵੀ ਭਾਵੇਂ ਪਾਰਟੀਆਂ 'ਚ ਜ਼ਿਆਦਾ ਨੇ, ਵੋਟਰ ਉਹ ਚੀਜ਼ਾਂ ਨੂੰ ਪੜਚੋਲਣ ਲੱਗ ਗਏ ਨੇ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਉਹ ਪੜਚੋਲ ਉਸ ਸਥਿਤੀ 'ਚ ਚਲੇ ਗਈ ਹੈ ਜਿੱਥੇ ਉਹ ਪੋਲੀਟੀਕਲ ਪਾਰਟੀਆਂ ਨੂੰ ਆਪਣੀ ਸੋਚ ਤੇ ਆਪਣੀ ਜਿਹੜੀ ਪੋਲੀਟੀਕਲ ਪ੍ਰੋਸੈਸ ਆ ਉਹਨੂੰ ਬਦਲਣ ਵਾਸਤੇ ਮਜਬੂਰ ਕਰ ਦੇਣ। ਪਰ ਮੈਨੂੰ ਲੱਗਦਾ ਕਿ ਸ਼ੁਰੂਆਤ ਹੋ ਚੁੱਕੀ ਹੈ ਇਸ ਗੱਲ ਦੀ। ਅਗਲੀਆਂ ਚੋਣਾਂ 'ਚ ਚੇਂਜ ਹੋਏਗੀ, ਪਰ ਅਜੇ ਦੋਵੇਂ ਖਦਸ਼ੇ ਨੇ, ਦੋਵੇਂ ਧਿਰਾਂ। ਹਾਂ, ਸਮਾਜ ਜਿਹੜੀ ਬੀਬੀ ਮਾਇਆਵਤੀ ਦੀ ਪਾਰਟੀ ਆ, ਸ਼ਾਇਦ ਉਹ ਸਮਝ ਚੁੱਕੇ ਨੇ ਅਸੀਂ ਪਾਵਰ ਦੀ ਰੇਸ 'ਚ ਨਹੀਂ ਹੈਗੇ, ਪਰ ਆਪਣੀ ਹੈਸੀਅਤ ਨੂੰ ਤਾਕੜੀ ਬਣਾ ਕੇ ਰੱਖਣ ਵਾਸਤੇ ਉਹ ਵੀ ਹਰ ਹੱਥ ਕੰਡਾ ਵਰਤਣ ਨੂੰ ਤਿਆਰ ਨੇ। ਸੋ ਇਹ ਖਦਸ਼ਾ ਹੈ, ਖਦਸ਼ੇ ਕਰਕੇ ਹੀ ਇਹਨੇ ਤਿੱਖੇ ਜਿਹੜੇ ਹੈਗੇ ਲਫ਼ਜ਼ਾਂ ਦੀ ਚੋਣ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਇਹ ਹੈ ਕਿ ਜਿਵੇਂ ਸ਼ਬਦੀਸ਼ ਜੀ ਨੇ ਕਾਫੀ ਲੰਬਾ ਬਹੁਤ ਚੰਗਾ ਬੌਧਿਕ ਜਿਹੜਾ ਹੈਗਾ ਉਹ ਗੱਲਾਂ ਕੀਤੀਆਂ ਨੇ, ਪਰ ਉਹ ਬੌਧਿਕ ਗੱਲਾਂ ਇੱਕ ਲਫ਼ਜ਼ ਦੇ ਨਾਲ, ਇੱਕ ਬਿਆਨ ਨਾਲ ਨਹੀਂ ਜੁੜ ਜਾਂਦੀਆਂ। ਉਹ ਜਿਹੜੀ ਬੌਧਿਕਤਾ ਦੀ ਗੱਲ ਹੈ ਉਹ ਜਿਹੜੀ ਹੈਗੀ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਜਦੋਂ ਤੱਕ ਉਹ ਸਮਾਉਣ ਨਹੀਂ ਲੱਗਦੀ,
ਜਦ ਤੱਕ ਤੁਸੀਂ ਇਸ ਚੀਜ਼ ਦੀ ਆਸ ਨਹੀਂ ਕਰ ਸਕਦੇ ਕਿ ਪੋਲੀਟੀਕਲ ਨੇਤਾ ਜਿਹੜੇ ਹੈਗੇ ਉਹ ਇਹੋ ਜਿਹੀਆਂ ਗੱਲਾਂ ਕਰਨ ਨੂੰ ਹਟ ਜਾਣਗੇ। ਬਾਰ-ਬਾਰ ਕੁਝ ਇਸ ਤਰ੍ਹਾਂ ਗੱਲ ਹੁੰਦੀ ਹੈ ਕਿ ਮੈਂ ਸ਼ਾਇਦ ਉਹਨਾਂ ਦੇ ਬਿਆਨ ਦੀ ਪ੍ਰੋੜਤਾ ਕਰਦਾ। ਮੈਂ ਸ਼ੁਰੂ ਦੇ ਵਿੱਚ ਇਹ ਕਹਿ ਚੁੱਕਿਆ ਸੀ ਕਿ ਮੈਨੂੰ ਉਹਨਾਂ ਦੇ ਇਹ ਲਫ਼ਜ਼ ਉਹਨਾਂ ਦੇ ਅਹੁਦੇ ਦੇ ਹਾਣ ਦੇ ਨਹੀਂ ਲੱਗਦੇ ਹੈਗੇ। ਮੈਂ ਹੁਣ ਵੀ ਕਹਿਣਾ ਹੈ, ਉਹ ਆਪਣੀ ਗੱਲ ਇਹੋ ਜਿਹੇ ਤਿੱਖੇ ਲਫ਼ਜ਼ਾਂ ਤੋਂ ਬਿਨਾਂ ਕਹਿ ਸਕਦੇ ਸੀ, ਪਰ ਇੱਥੇ ਤੱਕ ਗੱਲ ਜ਼ਰੂਰ ਹੈਗੀ ਹੈ। ਇਸ ਤੋਂ ਅੱਗੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦੂਜੀਆਂ ਪਾਰਟੀਆਂ ਜਾਤ ਧਰਮ ਦੀ ਕਮਿਊਨਲ ਰਾਜਨੀਤੀ ਨਹੀਂ ਕਰਦੀਆਂ। ਮੈਨੂੰ ਲੱਗਦਾ ਸ਼ਾਇਦ ਮੋਦੀ ਨਾਲੋਂ ਵੱਧ ਉਹਨਾਂ ਦੀ ਕੈਲਕੂਲੇਸ਼ਨ ਕਮਿਊਨਲ ਲਾਈਨਸ ਤੇ ਹੁੰਦੀ ਹੈ। ਇਸ ਗੱਲ ਕਰਕੇ ਸਾਰੇ ਹੀ ਇਸ ਕਮਿਊਨਲ ਪੋਲਿਟਿਕਸ ਦੇ ਦੋਸ਼ੀ ਨੇ। ਇਸ ਚੀਜ਼ ਤੋਂ ਨਕਾਰਿਆ ਨਹੀਂ ਜਾ ਸਕਦਾ, ਔਰ ਜਿਹੜਾ ਬੰਦਾ ਨਕਾਰਦਾ ਮੈਂ ਉਹਨੂੰ ਆਖਾਂਗਾ ਕਿ ਸ਼ਾਇਦ ਉਹ ਸਪਸ਼ਟ ਰਾਜਨੀਤੀ ਦਾ ਜਿਹੜਾ ਹੈਗਾ ਹਾਮੀ ਜਾਂ ਸਾਫ਼ ਰਾਜਨੀਤੀ ਦਾ ਹਾਮੀ ਨਹੀਂ ਹੈ ਬੰਦਾ। ਜੇ ਬੀਜੇਪੀ ਦੀ ਛੋਟਾ ਜਿਹਾ ਕਮੈਂਟ ਦੇਣਾ ਚਾਹੂੰਗਾ। ਪਲੀਜ਼ ਗੋ ਹੈਡ। ਅਜੀਤ ਸਿੰਘ ਜੀ ਦੀਆਂ ਵੀ ਗੱਲਾਂ ਸੁਣੀਆਂ, ਮੈਂ ਸ਼ਬਦੀਪ ਜੀ ਦੀਆਂ ਵੀ ਸੁਣੀਆਂ। ਮੈਂ ਬਹੁਤ ਪ੍ਰਸਾਈਜ਼ ਇੱਕ ਗੱਲ ਕਰਨੀ ਚਾਹੂੰਗਾ ਕਿ ਪ੍ਰਧਾਨ ਮੰਤਰੀ ਇੱਕੋ ਹੀ ਹੈ ਭਾਰਤ ਦੇ ਵਿੱਚ। ਸਭ ਆਪਣੀ ਆਪਣੀ ਪੋਲਿਟਿਕਸ ਕਰਦੇ ਨੇ, ਆਪਣੇ ਆਪਣੇ ਤਰੀਕੇ ਨਾਲ ਕਰਦੇ ਨੇ। ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਪ੍ਰਧਾਨ ਮੰਤਰੀ ਨੂੰ ਇਹੋ ਜਿਹੀਆਂ ਗੱਲਾਂ ਤੋਂ ਉੱਪਰ ਉੱਠ ਕੇ ਆਪਣੀ ਗੱਲ ਕਰਨੀ ਚਾਹੀਦੀ ਹੈ। ਔਰ ਇੱਕ ਬੜੀ ਪੁਰਾਣੀ ਅਸੀਂ ਛੋਟੇ ਹੁੰਦਿਆਂ ਤੋਂ ਕਹਾਵਤ ਸੁਣਦੇ ਆ ਰਹੇ ਕਿ ਡਿਵਾਈਡ ਐਂਡ ਰੂਲ। ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਦੀ ਬੀਜੇਪੀ ਦੀ ਇਹੋ ਇੱਕ ਪਾਲਿਸੀ ਰਹੀ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਵੰਡ ਪਾਓ, ਉਸ ਤੋਂ ਬਾਅਦ ਉਹਨਾਂ ਤੇ ਰਾਜ ਕਰੋ। ਇਹੀ ਚੀਜ਼ ਉਹਨਾਂ ਨੇ ਬਿਹਾਰ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਇਹੋ ਹੀ ਚੀਜ਼ ਉਹ ਯੂਪੀ ਦੇ ਵਿੱਚ ਕਰਨਾ ਚਾਹ ਰਹੇ ਨੇ ਕਿ ਸ਼ਮਸ਼ਾਨ ਘਾਟ ਬਣਾਓ, ਕਬਰਿਸਤਾਨ ਬਣਾਓ, ਦੀਵਾਲੀ ਤੇ ਬਿਜਲੀ ਆਏ, ਹੋਲੀ ਤੇ ਬਿਜਲੀ ਨਾ ਆਏ। ਸ਼ਾਇਦ ਮੇਰੇ ਹਿਸਾਬ ਨਾਲ ਸਾਡੇ ਸਰੋਤਿਆਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਡਿਵਾਈਡ ਐਂਡ ਰੂਲ ਦੀ ਪਾਲਿਸੀ ਨੂੰ ਕਿਤੇ ਨਾ ਕਿਤੇ ਅਸਿੱਧੇ ਤੌਰ ਤੇ ਅਪਣਾ ਕੇ ਚੱਲ ਰਹੇ ਨੇ। ਹਰਪ੍ਰੀਤ ਜੀ, ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹਾਂਗਾ, ਬਹੁਤ ਲੰਬੀ ਨਹੀਂ। ਅਸੀਂ ਇਹ ਨਾ ਕਹੀਏ ਕਿ ਸੱਚਮੁੱਚ ਕੋਈ ਪਰਸੈਪਸ਼ਨ ਕ੍ਰੀਏਟ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਹਿੰਦੂਤਵਵਾਦੀ ਪਾਰਟੀ ਹੈ। ਇਹ ਪਰਸੈਪਸ਼ਨ ਨਹੀਂ ਹੈ। ਭਾਰਤੀ ਜਨਤਾ ਪਾਰਟੀ ਬਹੁਤ ਐਲਾਨੀਆ ਤੌਰ ਦੇ ਉੱਤੇ ਇਹ ਗੱਲ ਕਹਿੰਦੀ ਹੈ ਕਿ ਅਸੀਂ ਹਿੰਦੂਤਵਵਾਦੀ ਹਾਂ, ਤੇ ਹਿੰਦੂਤਵਵਾਦੀ ਹੋਣਾ ਕਿਸੇ ਧਰਮ ਦੇ ਖਿਲਾਫ ਨਹੀਂ ਆ। ਹਿੰਦੂਤਵਵਾਦ ਜਿਹੜਾ ਵਾ ਉਹ ਇੱਕ ਸੱਭਿਆਚਾਰਕ ਪਛਾਣ ਆ ਇਸ ਦੇਸ਼ ਦੀ। ਜੇ ਕੋਈ ਦੂਸਰੇ ਮੁਲਕ ਦੇ ਵਿੱਚ ਅਮਰੀਕੀ ਹੁੰਦਾ, ਜੇ ਕੋਈ ਜਰਮਨ ਦਾ ਬੰਦਾ ਜਰਮਨੀ ਹੁੰਦਾ, ਤਾਂ ਹਿੰਦੁਸਤਾਨ ਦਾ ਬੰਦਾ ਹਿੰਦੂ ਹੁੰਦਾ। ਜੇ ਉਹ ਕਹਿਣ ਹਿੰਦੁਸਤਾਨੀ ਹੁੰਦਾ ਤਾਂ ਮੈਨੂੰ ਵੀ ਕੋਈ ਇਤਰਾਜ਼ ਨਹੀਂ। ਪਰ ਮੈਂ ਇਹ ਕਿਵੇਂ ਸਵੀਕਾਰ ਕਰ ਲਾਂ ਕਿ ਮੇਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਇੰਨੇ ਲੋਕ ਵੱਸਦੇ ਨੇ, ਪਰ ਉਹ ਇਸ ਕਰਕੇ ਹਿੰਦੂ ਤਸਲੀਮ ਕਰ ਲੈ ਜਾਣ ਕਿਉਂਕਿ ਬਾਕੀ ਜੇ ਅਮਰੀਕੀ ਹੁੰਦੇ ਨੇ, ਜਰਮਨੀ ਹੁੰਦੇ ਨੇ, ਤਾਂ ਉਸੇ ਤਰਜ਼ ਦੇ ਉੱਤੇ ਉਹਨਾਂ ਨੂੰ ਵੀ ਅਸੀਂ ਕਰ ਲਈਏ। ਜੇ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਪਾਰਟੀ ਜਾਂ ਪ੍ਰਧਾਨ ਮੰਤਰੀ ਦੀ ਪਾਰਟੀ ਨੂੰ ਸਪੋਰਟ ਕਰਨ ਵਾਲਾ ਫਲਸਫਾ ਹਿੰਦੂ ਸ਼ਬਦ ਵਰਤਦਾ ਤਾਂ ਇਹ ਪਰਸੈਪਸ਼ਨ ਨਹੀਂ ਹੈ, ਇਹ ਸੱਚਾਈ ਹੈ। ਔਰ ਹਿੰਦੂਤਵ ਨੂੰ ਉਹ ਬਿਲਕੁਲ ਵੀ ਰੱਦ ਨਹੀਂ ਕਰਦੇ। ਪਰਸੈਪਸ਼ਨ ਅਸੀਂ ਉਹਨੂੰ ਕਹਿੰਦੇ ਹਾਂ ਜਦੋਂ ਕੋਈ ਬੰਦਾ ਕਿਸੇ ਦੇ ਉੱਤੇ ਦੋਸ਼ ਮੜ ਦੇਵੇ ਔਰ ਅਗਲਾ ਕਹੇ ਕਿ ਮੈਂ ਇਹ ਬਿਲਕੁਲ ਨਹੀਂ ਹਾਂ। ਜਦੋਂ ਕੋਈ ਕਹੇ ਕਿ ਤੁਸੀਂ ਸੂਡੋ ਸੈਕੂਲਰਿਸਟ ਹੋ ਤੇ ਅਗਲਾ ਕਹੇ ਮੈਂ ਸੱਚਾ ਸੈਕੂਲਰਿਜ਼ਮ ਦਾ ਧਾਰਨੀ ਆ, ਤਾਂ ਫਿਰ ਅਸੀਂ ਗੱਲ ਕਹਿ ਸਕਦੇ ਕਿ ਗਲਤ ਪਰਸੈਪਸ਼ਨ ਬਣੀ। ਜਦੋਂ ਪਾਰਟੀ ਖੁਦ ਕਹਿੰਦੀ ਆ ਕਿ ਅਸੀਂ ਹਿੰਦੂਤਵਵਾਦੀ ਹਾਂ, ਤਾਂ ਫਿਰ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਅਸੀਂ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰੀਏ ਕਿ ਪਰਸੈਪਸ਼ਨ ਬਣ ਗਈ। ਮੇਰਾ ਖਿਆਲ ਅਸੀਂ ਜਸਟੀਫਾਈਡ ਨਹੀਂ ਕਰ ਰਹੇ ਆਪਣੇ ਜਿਹੜੇ ਕਿੱਤੇ ਨੂੰ, ਆਪਣੀ ਜ਼ਿੰਮੇਵਾਰੀ ਨੂੰ। ਪਤਾ ਨਹੀਂ ਮੇਰੀ ਗੱਲ ਦਾ ਬਿਲਕੁਲ ਗਿਲਾ ਨਾ ਮੰਨ ਲੈਣ ਮੇਰੇ ਦੋਸਤ। ਨਹੀਂ ਹਰਪ੍ਰੀਤ ਜੀ, ਮੈਂ ਇਹਨਾਂ ਦੀ ਗੱਲ ਦਾ ਗਿਲਾ ਨਹੀਂ ਮੰਨਦਾ ਹੈਗਾ। ਹਰਪ੍ਰੀਤ ਜੀ, ਮੈਂ ਤੁਹਾਡੇ ਕੁਐਸਚਨ ਤੇ ਆਵਾਂ ਇੱਕ ਮਿੰਟ ਅਜੀਤ ਜੀ ਇੱਕ ਮਿੰਟ। ਜੇ ਇਲੈਕਸ਼ਨ ਕਮਿਸ਼ਨ ਦੀ ਗੱਲ ਕਰੀਏ, ਇਲੈਕਸ਼ਨ ਕਮਿਸ਼ਨ ਨੇ ਬਾਰ-ਬਾਰ ਇਹੀ ਹਦਾਇਤਾਂ ਦਿੱਤੀਆਂ ਨੇ ਕਿ ਧਰਮ ਦੀ ਰਾਜਨੀਤੀ ਨਾ ਕੀਤੀ ਜਾਵੇ, ਤੇ ਕੀ ਇਸ ਕਮੈਂਟ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਅਸੀਂ ਕਹਿ ਸਕਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਸ਼ੀ ਨੇ, ਜਾਂ ਫਿਰ ਬੀਜੇਪੀ ਦੀ ਦੁਆਰਾ ਇਹ ਰਾਜਨੀਤੀ ਕਰਨਾ ਜੋ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਸੀ ਧਰਮ ਦੀ ਰਾਜਨੀਤੀ ਨਾ ਕੀਤਾ ਜਾਵੇ, ਉਸ ਚੀਜ਼ ਨੂੰ ਕਿਤੇ ਨਾ ਕਿਤੇ ਬੀਜੇਪੀ ਨੇ ਇਸ ਚੀਜ਼ ਨਾਲ, ਇਸ ਕਮੈਂਟ ਨਾਲ ਕਿਤੇ ਨਾ ਕਿਤੇ ਬੀਜੇਪੀ ਉਸ ਕਟਕਰੇ ਵਿੱਚ ਆ ਗਈ ਆ, ਸਵਾਲਾਂ ਦੇ ਕਟਕਰੇ ਵਿੱਚ ਬੀਜੇਪੀ ਖੜੀ ਹੋ ਗਈ ਆ। ਦੇਖੋ ਹਰਪ੍ਰੀਤ ਜੀ, ਮੈਨੂੰ 1 ਮਿੰਟ ਦਿਓ, ਹੁਣ ਮੈਂ ਗੱਲ ਕਲੀਅਰ ਕਰ ਦਿੰਦਾ। ਬਿਲਕੁਲ ਸਪਸ਼ਟ ਗੱਲ ਹੈ ਕਿ ਇਹ ਗੱਲਾਂ ਸਾਰੀਆਂ ਪਾਰਟੀਆਂ ਵੱਲੋਂ ਤੇ ਨਰਿੰਦਰ ਮੋਦੀ ਵੱਲੋਂ ਵੀ ਵੋਟਾਂ ਨੂੰ ਧਰਮ ਦੇ ਆਧਾਰ ਤੇ ਪੋਲਰਾਈਜੇਸ਼ਨ ਕਰਨ ਵਾਸਤੇ ਹੋ ਰਹੀਆਂ ਨੇ।
ਨੈਕਸਟ ਗੱਲ ਆ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਦੀ। ਇਲੈਕਸ਼ਨ ਕਮਿਸ਼ਨ ਇਹਦੇ ਚ ਇਸ ਕਰਕੇ ਕੁਝ ਨਹੀਂ ਕਰ ਸਕਦੇ ਹੈਗੇ ਕਿਉਂਕਿ ਉਹ ਗੱਲਾਂ ਨੂੰ ਇਸ ਤਰ੍ਹਾਂ ਬਣਾ ਦਿੱਤਾ ਜਾਂਦਾ ਹੈ। ਜੇ ਹੁਣ ਪ੍ਰਧਾਨ ਮੰਤਰੀ ਮੋਦੀ ਕਹਿ ਦਿੰਦਾ ਹੈ ਕਿ ਸ਼ਮਸ਼ਾਨ ਦੇ ਨਾਲ ਕਬਰਸਤਾਨ ਦੇ ਨਾਲ ਸ਼ਮਸ਼ਾਨ ਬਣਨਾ ਚਾਹੀਦਾ ਹੈ, ਈਦ ਬਿਜਲੀ ਆਉਂਦੀ ਹੈ ਤੇ ਉਹਦੇ ਆਉਂਦੀ ਹੈ, ਟੈਕਨੀਕਲੀ ਇਹਦੇ ਤੇ ਕੁਝ ਨਹੀਂ ਕਰ ਪਾਉਣਗੇ ਇਲੈਕਸ਼ਨ ਕਮਿਸ਼ਨ ਦੇ ਅਫਸਰ, ਪਰ ਅਦਰਵਾਈਜ਼ ਸਪਸ਼ਟ ਹੈ ਕਿ ਇਹ ਵੋਟ ਪੋਲਰਾਈਜੇਸ਼ਨ ਵਾਸਤੇ ਗੱਲਾਂ ਹੋ ਰਹੀਆਂ ਨੇ। ਔਰ ਰਹੀ ਗੱਲ ਜਿਹੜੀ ਇਹਨਾਂ ਨੇ ਸ਼ਬਦੀਸ਼ ਜੀ ਨੇ ਪਰਸੈਪਸ਼ਨ ਦੀ ਕੀਤੀ ਸੀ, ਇਹ ਪਰਸੈਪਸ਼ਨ ਮੈਂ ਤਾਂ ਕਹਿ ਰਿਹਾ ਕਿ ਇਹ ਪਾਰਟੀ ਕਾਂਗਰਸ ਪਾਰਟੀ ਵੀ ਇਮਾਨਦਾਰ ਕਿਤੇ ਨਹੀਂ ਹੋਈ। ਉਹ ਹਿੰਦੂਤਵਾ ਦਾ ਪ੍ਰਚਾਰ ਕਰਦੀ ਹੈ ਬੀਜੇਪੀ ਦੇ ਵਿਰੁੱਧ, ਪਰ ਸਿੱਖਾਂ ਨੂੰ ਉਹਨਾਂ ਨੇ ਜਿਹੜਾ ਹੈਗਾ ਹਿੰਦੂ ਮੰਨਿਆ, ਉਹਨਾਂ ਨੂੰ ਸਿੱਖਾਂ ਨੂੰ ਇੱਕ ਆਜ਼ਾਦ ਹਸਤੀ ਦੇਣ ਤੋਂ ਅੱਜ ਤੱਕ ਮੁੱਕਰੀ ਬੈਠੀ ਹੈ। ਸਿਰਫ ਉਹਨਾਂ ਨੇ ਗਿਣਤੀ ਕੀਤੀ ਹੈ, ਸਿੱਖਾਂ ਦੀ ਗਿਣਤੀ ਘੱਟ ਹੈ, ਮੁਸਲਮਾਨਾਂ ਦੀ ਗਿਣਤੀ ਵੱਧ ਹੈ। ਇਹਨਾਂ ਦੀ ਵੋਟ ਨੂੰ ਜਿਹੜੀ ਹੈਗੀ ਇਹਨਾਂ ਦੀ ਹਰ ਤਰ੍ਹਾਂ ਦੀ ਧਾਰਮਿਕ ਤੌਰ ਤੇ ਇਹਨਾਂ ਦੀ ਗੱਲ ਮੰਨ ਕੇ, ਚਾਹੇ ਉਹ ਕਨਸਟੀਟਿਊਸ਼ਨ ਦੇ ਅਗੇਂਸਟ ਵੀ ਹੋਵੇ, ਇਹਨਾਂ ਨੂੰ ਜੋੜ ਰੱਖੋ। ਆਪਾਂ ਇਸ ਚੀਜ਼ ਨੂੰ ਕਿਉਂ ਨਹੀਂ ਧਿਆਨ ਦਿੰਦੇ ਹੈਗੇ ਕਿ ਜਿਹੜੀਆਂ ਸੈਕੂਲਰ ਹੋਣ ਵਾਲੀਆਂ ਪਾਰਟੀਆਂ ਨੇ ਉਹਨਾਂ ਨੇ ਬਿਲਕੁਲ ਜਾਤ ਧਰਮ ਦੀ ਰਾਜਨੀਤੀ ਕੀਤੀ ਹੈ। ਹੁਣ ਤੁਸੀਂ ਇੱਕ ਚੀਜ਼ ਨੂੰ ਨੋਟ ਕਰ ਲਓ ਕਿ ਜਿੰਨੀ ਦੇਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਇਹ ਸੋਚਿਆ ਹੀ ਨਹੀਂ ਸੀ ਜਾ ਸਕਦਾ ਕਿ ਹਿੰਦੂ ਮਤ ਦੇ ਜਿਹੜੇ ਲੋਕ ਨੇ, ਚਾਹੇ ਉਹ ਪੋਲੀਟੀਸ਼ੀਅਨ ਨੇ, ਚਾਹੇ ਉਹ ਧਾਰਮਿਕ ਜਿਹੜੇ ਹੈਗੇ ਗੁਰੂ ਕਹਿ ਲਓ ਜਾਂ ਧਾਰਮਿਕ ਮੁਖੀ ਨੇ, ਉਹ ਤੇ ਨਾਲ ਮੁਸਲਮਾਨ ਧਰਮ ਦੇ ਜਿਹੜੇ ਧਾਰਮਿਕ ਮੁਖੀ ਨੇ ਤੇ ਲੀਡਰ ਨੇ, ਉਹ ਕਦੇ ਇਕੱਠੇ ਬੈਠ ਕੇ ਡਿਸਕਸ਼ਨ ਕਰ ਲੈਣ ਨਹੀਂ ਸੀ ਹਾਲਤ ਪੈਦਾ ਹੋਣ ਦਿੱਤੇ ਜਾਂਦੇ। ਉਹਦੇ ਵਿੱਚ ਕਾਂਗਰਸ ਪਾਰਟੀ ਨੂੰ ਲੱਗਦਾ ਸੀ ਕਿ ਸਾਡੇ ਹੱਥੋਂ ਸਾਡਾ ਵੋਟ ਬੈਂਕ ਵਿਸਰ ਜਾਊਗਾ। ਅਜੀਤ ਜੀ, ਇਹ ਗੱਲ ਤੁਸੀਂ ਬਹੁਤ ਵਾਰੀ ਕਰ ਚੁੱਕੇ ਜੋ ਆਪਾਂ ਰਿਪੀਟ ਕਰ ਰਹੇ ਹਾਂ। ਹਰ ਵੀਕ ਅਜੀਤ ਜੀ ਇਹ ਗੱਲ ਤੁਸੀਂ ਹਰ ਵੀਕ ਰਿਪੀਟ ਕਰਦੇ ਜੋ ਆਪਾਂ ਜਿਹੜੀ ਗੱਲ ਬਾਰ-ਬਾਰ ਕਰਦੇ ਉੱਤੇ ਨਾ ਕਰੀਏ। ਪਰ ਸਬਦੀਸ਼ ਜੀ ਨੇ ਜੋ ਅਖਿਲੇਸ਼ ਯਾਦਵ ਉੱਤੇ ਕਮੈਂਟ ਕੀਤਾ ਸੀ ਕਿ ਅਖਿਲੇਸ਼ ਯਾਦਵ ਦਾ ਇਹ ਕਹਿਣਾ ਅਮਿਤਾਭ ਬੱਚਨ ਸਾਹਿਬ ਦੀ ਇੱਕ ਐਡ ਆ ਗੁਜਰਾਤ ਟੂਰਿਜ਼ਮ ਨੂੰ ਪ੍ਰਮੋਟ ਕਰਨਾ, ਜਿਹਦੇ ਵਿੱਚ ਕਿ ਗੁਜਰਾਤ ਦੇ ਵਿੱਚ ਇੱਕ ਗਧਿਆਂ ਦੀ ਜੋ ਨਸਲ ਪਾਈ ਜਾਂਦੀ ਆ ਜੋ ਲਗਭਗ 70 ਕਿਲੋਮੀਟਰ ਪ੍ਰਤੀ ਘੰਟੇ ਸਪੀਡ ਨਾਲ ਦੌੜ ਲੈਂਦੇ ਨੇ, ਉਹਦਾ ਜ਼ਿਕਰ ਕੀਤਾ ਗਿਆ ਵਾ। ਉਸ ਚੀਜ਼ ਨੂੰ ਲੈ ਕੇ ਅਖਿਲੇਸ਼ ਯਾਦਵ ਨੇ ਕਮੈਂਟ ਕੀਤਾ ਤਾਂ ਕਿਤੇ ਨਾ ਕਿਤੇ ਜਿੱਦਾਂ ਸਬਦੀਸ਼ ਜੀ ਨੇ ਕਿਹਾ ਇਸ਼ਾਰਾ ਜਿਹਦੇ ਵੱਲ ਸੀ ਉਹ ਸਾਨੂੰ ਸਭ ਨੂੰ ਸਮਝ ਹੀ ਆਉਂਦਾ। ਪਰ ਕੀ ਅਸੀਂ ਉਹਨੂੰ ਵੀ ਪੋਲਰਾਈਜੇਸ਼ਨ ਦੀ ਰਾਜਨੀਤੀ ਕਵਾਂਗੇ? ਹਰਪ੍ਰੀਤ ਜੀ, ਮੈਂ ਇੱਕ ਕਮੈਂਟ ਕਰਨਾ ਚਾਹੂੰਗਾ। ਪਲੀਜ਼ ਗੋ ਅਹੈਡ। ਹੈਲੋ। ਹਾਂ ਹਰਪ੍ਰੀਤ ਜੀ, ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਕਿਹਾ ਸੀ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਕਿਹਾ ਗਿਆ ਸੀ ਕਿ ਧਾਰਮਿਕ ਮਸਲਿਆਂ ਨੂੰ ਲੈ ਕੇ ਵੋਟਾਂ ਨਾਲ ਮੰਗੀਆਂ ਜਾਣ। ਇਹਦੇ 'ਚ ਮੈਂ ਥੋੜੀ ਜਿਹੀ ਅਪਡੇਟ ਦੇਣਾ ਚਾਹੂੰਗਾ ਕਿ ਇਹ ਇਲੈਕਸ਼ਨ ਕਮਿਸ਼ਨ ਦੇ ਨਾਲ ਸੁਪਰੀਮ ਕੋਰਟ ਆਫ ਇੰਡੀਆ ਦਾ ਇੱਕ ਆਰਡਰ ਆਇਆ ਸੀ ਕਿ ਕੋਈ ਵੀ ਪਾਰਟੀ ਕਿਸੇ ਧਰਮ, ਜਾਤ, ਫਿਰਕੇ ਦੇ ਨਾਂ ਤੇ ਵੋਟਾਂ ਨਹੀਂ ਮੰਗੇਗੀ। ਦੂਸਰੀ ਚੀਜ਼ ਹੈ ਕਿ ਸਾਰੀਆਂ ਪਾਰਟੀਆਂ ਇਹ ਚੀਜ਼ ਕਰਦੀਆਂ ਨੇ। ਪੰਜਾਬ ਸ਼੍ਰੋਮਣੀ ਅਕਾਲੀ ਦਲ ਪੰਥਕ ਦਾ ਨਾਰਾ ਲਾਉਂਦੀ ਹੈ, ਕਾਂਗਰਸ ਮੁਸਲਮਾਨਾਂ ਦਾ ਨਾਰਾ ਲਾਉਂਦੀ ਹੈ, ਬੀਜੇਪੀ ਹਿੰਦੂਵਾਦੀ ਦਾ ਨਾਰਾ ਲਾਉਂਦੀ ਹੈ। ਇਲੈਕਸ਼ਨ ਕਮਿਸ਼ਨ ਨੇ 11 ਮਾਰਚ ਤੋਂ ਬਾਅਦ ਕੁਝ ਨਹੀਂ ਕਰਨਾ ਇਸ ਬਾਰੇ। ਇਹਦੀ ਇੱਕ ਬੜੀ ਵਧੀਆ ਐਗਜ਼ਾਮਪਲ ਹੈ ਕਿ ਪਿਛਲੀਆਂ ਜਿਹੜੀਆਂ ਪਾਰਲੀਮੈਂਟ ਇਲੈਕਸ਼ਨ ਹੋਈਆਂ ਸੀ ਉਦੋਂ ਪ੍ਰਧਾਨ ਮੰਤਰੀ ਜਿਹੜੇ ਕਿ ਹੁਣ ਪ੍ਰਧਾਨ ਮੰਤਰੀ ਉਦੋਂ ਨਹੀਂ ਸੀਗੇ, ਉਹਨਾਂ ਤੇ ਇੱਕ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਨੇ ਬੂਥ ਦੇ ਵਿੱਚ ਜਾਣ ਲੱਗਿਆ ਆਪਣੇ ਚੈਕਸ ਦੇ ਉੱਪਰ ਇੱਕ ਕਮਲ ਦਾ ਬੈਚ ਲਗਾ ਕੇ ਗਏ ਸੀ ਜਿਹੜਾ ਕਿ ਚੋਣ ਪ੍ਰਚਾਰ ਮੰਨਿਆ ਗਿਆ ਸੀ ਆਪਣੀ ਵੋਟ ਪਾਉਣ ਲੱਗੇ। ਉਸ ਕੇਸ ਬਾਰੇ ਅਜੇ ਤੱਕ ਕੁਝ ਨਹੀਂ ਹੋਇਆ। ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਇਹਦੇ ਬਾਰੇ ਸਿਵਾਏ ਗਾਈਡਲਾਈਨ ਜਾਰੀ ਕਰਨ ਤੋਂ ਜਾਂ ਉਹਦੇ 'ਚ ਸ਼ਾਇਦ ਇੰਨੀ ਹਿੰਮਤ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਹੱਥ ਪਾ ਸਕੇ ਇਹਦੇ ਬਾਰੇ। ਹਾਂ, ਸੁਪਰੀਮ ਕੋਰਟ ਜੇ ਚਾਹੇ ਤਾਂ ਉਹ ਇਹਦੇ ਬਾਰੇ ਕੋਈ ਨਾ ਕੋਈ ਐਕਸ਼ਨ ਲੈ ਸਕਦੀ ਹੈ। ਇਲੈਕਸ਼ਨ ਕਮਿਸ਼ਨ ਮੈਂ ਇਸ ਮਾਮਲੇ ਦੇ ਵਿੱਚ ਉਹਨੂੰ ਜ਼ਿਆਦਾ ਪਾਵਰਫੁਲ ਸਟਰੋਂਗ ਨਹੀਂ ਮੰਨਦਾ 11 ਮਾਰਚ ਤੋਂ ਬਾਅਦ। ਹਰਪ੍ਰੀਤ ਜੀ, ਉਹ ਅਖਿਲੇਸ਼ ਯਾਦਵ ਦੇ ਬਿਆਨ ਤੇ ਗੱਲ ਕਰਦਾ ਮੈਂ ਤੁਹਾਡੇ, ਬਾਕੀ ਗੱਲਾਂ ਕਾਫੀ ਡਿਸਕਸ ਹੋ ਚੁੱਕੀਆਂ। ਬਿਲਕੁਲ ਇਹਦੇ ਵਿੱਚ 100% ਵੋਟ ਪੋਲਰਾਈਜੇਸ਼ਨ ਦੀ ਰਾਜਨੀਤੀ ਹੋ ਰਹੀ ਹੈ, ਹੋਰ ਕੁਝ ਵੀ ਨਹੀਂ ਹੋ ਰਿਹਾ। ਕਿਸੇ ਨੂੰ ਵੀ ਤੁਸੀਂ ਪਾਰਟੀ ਦਾ ਕੋਈ ਬ੍ਰਾਂਡ ਐਂਬੈਸਡਰ ਬਣਾ ਕੇ ਯੂਜ਼ ਕਰਦੇ ਹੋ। ਸਭਾ ਵੀ ਜੇ ਕਿਸੇ ਨੂੰ ਕੋਈ ਯੂਜ਼ ਕਰਦੀ ਹੈ ਤਾਂ ਉਹ ਸਿਰਫ ਤੇ ਸਿਰਫ ਆਪਣੇ ਵੋਟਰਾਂ ਨੂੰ ਅਟਰੈਕਸ਼ਨ ਕਰਨ ਲਈ ਯੂਜ਼ ਕਰਦੀ ਹੈ। ਉਸ ਰੈਲੀ ਨੂੰ ਰੈਲੀ ਦਾ ਅਟਰੈਕਸ਼ਨ ਵਧਾਉਣ ਲਈ ਯੂਜ਼ ਕੀਤਾ ਜਾਂਦਾ ਹੈ। ਇਸੇ ਕਰਕੇ ਸ਼ਾਇਦ ਨਰਿੰਦਰ ਮੋਦੀ ਨੇ ਜਿਹੜਾ ਉੱਥੇ ਗੁਜਰਾਤ ਦੇ ਵਿੱਚ ਅਮਿਤਾਭ ਬੱਚਨ ਸਾਹਿਬ ਨੂੰ ਐਜ਼ ਅ ਬ੍ਰਾਂਡ ਐਂਬੈਸਡਰ ਉਸ ਇੱਕ ਪੂਰੇ ਜਿਹੜਾ ਕਹਿ ਲਓ ਕਿ ਉੱਥੇ ਕੀਤਾ ਸੀ, ਉਹਨਾਂ ਨੇ ਉਹਦਾ ਬਣਾਇਆ ਸੀਗਾ। ਸ਼ਾਇਦ ਇਸੇ ਚੀਜ਼ ਨੂੰ ਅਖਿਲੇਸ਼ ਯਾਦਵ ਨੇ ਔਰ ਬੜੇ ਹੀ ਅਜੀਬ ਜਿਹੇ ਕਮੈਂਟ ਦੇ ਨਾਲ, ਜਿਹੜਾ ਕਿ ਮੈਂ ਫਿਰ ਕਹਿ ਰਿਹਾ ਕਿ ਨਹੀਂ ਹੋਣਾ ਚਾਹੀਦਾ, ਉਹਨਾਂ ਨੇ ਯੂਜ਼ ਕਰਕੇ ਨਰਿੰਦਰ ਮੋਦੀ ਉੱਤੇ ਵਾਰ ਕੀਤਾ। ਔਰ ਜਿਹੜੀ ਯੂਪੀ ਦੇ ਵਿੱਚ ਇਦਾਂ ਦੀ ਜਿਹੜੀ ਰਾਜਨੀਤੀ, ਜਿਹੜੀ ਕਿ ਮਿਹਣੇ ਵਾਲੀ ਰਾਜਨੀਤੀ ਹੋ ਰਹੀ ਹੈ, ਇੱਕ ਦੂਜੇ ਨੂੰ ਕਟਾਕਸ਼ ਕੱਟਣ ਵਾਲੀ ਰਾਜਨੀਤੀ ਹੋ ਰਹੀ ਹੈ, ਇਹ ਸਾਰੀ ਦੀ ਸਾਰੀ ਜਿਹੜੀ ਰਿਐਕਟਿਵ ਪੋਲਿਟਿਕਸ ਹੋ ਰਹੀ ਹੈ ਉੱਥੇ, ਉਹ ਜਿਹੜੀ ਹੈ
ਵੋਟ ਪੋਲਰਾਈਜੇਸ਼ਨ ਕਰਕੇ ਹੋ ਰਹੀ ਹੈ। ਔਰ ਤੁਸੀਂ ਇੱਕ ਚੀਜ਼ ਹੋਰ ਇੱਥੇ ਧਿਆਨ ਦਿਓ, ਜਿੰਨੇ ਵੀ ਵੋਟਰ ਅਸੀਂ ਕਹਿੰਦੇ ਕਿ ਹਲੇ ਮੈਜੋਰਿਟੀ ਆਫ ਵੋਟਰ ਹੈ ਜਿਹੜੇ ਅਵੇਅਰ ਨਹੀਂ ਹੋਏ, ਬਟ ਮੈਂ ਇਹ ਕਹੂੰਗਾ ਕਿ 50% ਇਹੋ ਜਿਹਾ ਵੋਟਰ ਬਣ ਚੁੱਕਾ ਹੈ, ਇਹੋ ਜਿਹਾ ਵੋਟਰ ਆ ਚੁੱਕਾ ਹੈ ਜਿਹੜਾ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਕਹਿ ਲਓ ਜਾਂ ਹੋਰ ਇਹੋ ਜਿਹੇ ਕਈ ਮੀਡੀਆਜ਼ ਨੇ ਜਿਹਦੇ ਥਰੂ ਉਹ ਅਵੇਅਰ ਹੋ ਚੁੱਕਾ ਹੈ। ਔਰ ਇਦਾਂ ਦੀ ਜਦੋਂ ਬਿਆਨਬਾਜ਼ੀ ਆਉਂਦੀ ਹੈ ਤਾਂ ਉਹ ਬਹੁਤ ਉਸ ਨੂੰ ਤਰੀਕੇ ਨਾਲ ਸੋਚ ਸਮਝ ਕੇ ਆਪਣੇ ਉੱਪਰ ਲੈਂਦਾ ਔਰ ਕਿਸ ਨੂੰ ਵੋਟ ਪਾਉਂਦਾ ਇਹ ਮੈਟਰ ਕਰਦਾ। ਔਰ ਸ਼ਾਇਦ ਯੂਪੀ ਦੇ ਵਿੱਚ ਵੀ ਤੁਸੀਂ ਦੇਖੋ 11 ਮਾਰਚ ਨੂੰ ਜਿਹੜਾ ਸਾਇਲੈਂਟ ਫੈਕਟਰ ਹੈ ਉਹ ਬਹੁਤ ਜ਼ਿਆਦਾ ਕੰਮ ਕਰਨ ਵਾਲਾ ਹੈ। ਔਰ ਜਿਵੇਂ ਤੁਸੀਂ ਪਿਛਲੇ ਤੋਂ ਪਿਛਲੇ ਕੁਐਸਚਨ ਦੇ ਵਿੱਚ ਗੱਲ ਕੀਤੀ ਸੀ ਕਿ ਕਿਸ ਨੂੰ ਉਹ ਕਿਹੜੀ ਪਾਰਟੀ ਯੂਪੀ ਦੇ ਵਿੱਚ ਭਾਰੀ ਹੋ ਰਹੀ ਹੈ ਔਰ ਕਿਹੜੀ ਪਾਰਟੀ ਨੂੰ ਮੈਜੋਰਿਟੀ ਮਿਲ ਰਹੀ ਹੈ, ਇਹ ਹਲੇ ਵੀ ਉੱਥੇ ਕਲੀਅਰ ਨਹੀਂ ਹੋ ਰਿਹਾ। ਕਾਫੀ मीडिया हाउसेस ने ट्राई भी की है लेकिन कोई भी चीज निकल के सामने नहीं आई, कोई भी पार्टी हले मेजोरिटी वाल निकल के सामने नहीं आ रही। शायद इसे करके नहीं आ रही कि उत्थे जो साइलेंट फैक्टर है पंजाब दे मिला के देखिए तो पंजाब वांगू उत्थे भी जो साइलेंट फैक्टर है ज्यादा काम करेगा। और जी ये भद्दी राजनीति हो रही है शायद वोटरां नूं पोलराइजेशन वो समझते हैं कि असीं वोटरां नूं अपने वाल आकर्षित कर लांगे, पर वोटर जिहड़ा मेरे हिसाब नाल ठीक है हले बहुत तबका इदां दा भी है जिहड़ा कि उन्हां बयानबाजियां तो प्रभावित हो जाता है, पर काफी हद तक वोटर है जिहड़े वो अवेयर हो चुके हैं। और शायद इसे करके जिहड़ा साइलेंट फैक्टर है ना वो इत्थे भी बहुत ज्यादा मैटर करेगा। 4 ਫੇਜ਼ ਯੂਪੀ ਦੇ ਬਚੇ ਆ ਤੇ ਕੀ ਮੈਂ ਜੇ ਕਹਾਂ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਦਾਂ ਦੇ ਬਿਆਨ ਚਾਹੇ ਬੀਜੇਪੀ ਹੋਵੇ ਚਾਹੇ ਦੂਜੀਆਂ ਪਾਰਟੀਆਂ ਹੋਵੇ ਉਹਨਾਂ ਵੱਲੋਂ ਵੀ ਸਾਨੂੰ ਜ਼ਿਆਦਾ ਸੁਣਨ ਨੂੰ ਮਿਲਣਗੇ, ਕਿਉਂਕਿ ਕਿਤੇ ਨਾ ਕਿਤੇ ਹਰ ਪੋਲਿਟੀਕਲ ਪਾਰਟੀ ਜਿੱਦਾਂ ਜਿਹੜੇ ਏਰੀਆ 'ਚ ਇਲੈਕਸ਼ਨ ਹੋਣੀ ਹੁੰਦੀ ਆ ਉਸ ਹਿਸਾਬ ਨਾਲ ਆਪਣੀ ਸਟ੍ਰੈਟਜੀ ਬਣਾਉਂਦੀ ਆ। ਜੇ ਪੰਜਾਬ ਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਅਸੀਂ ਕ੍ਰਿਕਟ ਦੇ ਵਾਂਗੂ ਉਹਨੂੰ ਵੇਖਣਾ ਚਾਹੀਏ, ਕਹਿ ਸਕਦੇ ਆ ਵਨ ਡੇ ਮੈਚ ਸੀ, ਪਰ ਯੂਪੀ ਦੀ ਇਲੈਕਸ਼ਨ ਕਿਤੇ ਨਾ ਕਿਤੇ ਟੈਸਟ ਮੈਚ ਹੁੰਦੀ ਆ ਤੇ ਹਰ ਪੋਲਿਟੀਕਲ ਪਾਰਟੀ ਨੂੰ ਹਰ ਦਿਨ ਦੇ ਹਿਸਾਬ ਨਾਲ ਆਪਣੀ ਰਣਨੀਤੀ ਚੇਂਜ ਕਰਨੀ ਪੈਂਦੀ ਆ। ਬਿਲਕੁਲ ਹਰ ਜੀ ਇਸ ਤਰ੍ਹਾਂ ਦੀ ਉਹ ਲੱਗਦੀ ਆ ਗੱਲ ਇਸ ਔਰ ਜਿਹੜੀ ਤੱਕ ਤੁਸੀਂ ਕਿਹਾ ਕਿ ਇਹ ਬਿਆਨਬਾਜ਼ੀ ਮੈਨੂੰ ਲੱਗਦਾ ਬਿਆਨਬਾਜ਼ੀ ਇਸ ਤਰ੍ਹਾਂ ਹੀ ਤਿੱਖੀ ਬਿਆਨਬਾਜ਼ੀ ਹੋਣ ਦੀ ਸੰਭਾਵਨਾ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਕੋਈ ਵੀ ਪਾਰਟੀ ਕੌਨਫੀਡੈਂਟ ਨਹੀਂ ਹੈਗੀ, ਇਸ ਗੱਲ ਕਰਕੇ ਉਹ ਬਹੁਤ ਜ਼ਿਆਦਾ ਵੋਟਾਂ ਨੂੰ ਪੋਲਰਾਈਜ਼ ਕਰਕੇ ਆਪਣੇ ਹੱਕ 'ਚ ਭੁਗਤਾਉਣਾ ਚਾਹੁੰਦੀ ਹੈ। ਪਰ ਇਹਦੇ ਨਾਲ ਮੈਂ ਇੱਕ ਚੀਜ਼ ਵੀ ਐਡ ਕਰ ਦਿੰਦਾ ਕਿ ਆ ਪਿੱਛੇ ਜਿਹੇ 1-2 ਦਿਨਾਂ ਪਿੱਛੇ ਹੀ ਸਰਵੇ ਆਇਆ, ਹੋ ਸਕਦਾ ਉਹ ਕੁਝ ਦਿਨ ਪਹਿਲਾਂ ਦਾ ਹੋਵੇ। ਇਹ ਗੱਲ ਬੜੀ ਅਚੰਭੇ ਵਾਲੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਸ ਸਰਵੇ ਦੇ ਅਨੁਸਾਰ 40% ਲੋਕ ਯੂਪੀ ਦੇ ਵਿੱਚ ਇਹੋ ਜਿਹੇ ਨੇ ਜਿਹੜੇ ਸਟਿਲ ਅਨਡਿਸਾਈਡਡ ਨੇ ਤੇ ਉਹ ਅਨਡਿਸਾਈਡਡ ਲੋਕ ਕਿੱਧਰ ਭੁਗਤਦੇ ਨੇ ਇਹ ਬਹੁਤ ਵੱਡਾ ਚਮਤਕਾਰ ਕਰਨ ਵਾਲੀ ਗੱਲ ਹੋਏਗੀ। ਆਪਾਂ ਕੋਈ ਕਿਆਸ ਰਾਹੀਂ ਨਹੀਂ ਕਰ ਸਕਦੇ ਕਿਹਦੇ ਵੱਲ ਭੁਗਤਣਗੇ, ਪਰ 40% ਦੀ ਗਿਣਤੀ ਸਾਰੀਆਂ ਪੋਲੀਟੀਕਲ ਪਾਰਟੀਆਂ ਦੀਆਂ ਗਿਣਤੀ ਮਿਣਤੀਆਂ ਨੂੰ ਉਤਲ-ਪੁਤਲ ਕਰਨ ਦੇ ਯੋਗ ਹੁੰਦੀ ਹੈ, ਉਹਨਾਂ 'ਚ ਇੰਨੀ ਸਮਰੱਥਾ ਹੁੰਦੀ ਹੈ। ਸੋ ਬੜੀ ਰੌਚਕ ਹੋਏਗੀ ਆਉਣ ਵਾਲੀ ਇਲੈਕਸ਼ਨ ਯੂਪੀ ਦੀ। ਅਖੀਰ 'ਚ ਕੋਈ ਮੇਰਾ ਸਾਥੀ ਕਮੈਂਟ ਕਰਨਾ ਚਾਹੇ। ਹਰ ਤੇ ਜਿੱਥੇ ਪਹਿਲੀ ਗੱਲ ਕਹਿਣੀ ਚਾਹਾਂਗਾ ਕਿ ਯੂਪੀ ਦੇ ਵਿੱਚ ਅਸੀਂ ਯੂਪੀ ਨੂੰ ਉਨੀ ਆਸਾਨੀ ਨਾਲ ਨਹੀਂ ਸਮਝ ਸਕਦੇ ਜਿੰਨੀ ਆਸਾਨੀ ਨਾਲ ਅਸੀਂ ਪੰਜਾਬ ਨੂੰ ਸਮਝ ਲੈਂਦੇ ਹਾਂ। ਤੇ ਇਹ ਗੱਲ ਸਾਨੂੰ ਜ਼ਰੂਰ ਮੰਨ ਕੇ ਚੱਲਣੀ ਚਾਹੀਦੀ ਆ ਕਿ ਯੂਪੀ ਦੀਆਂ ਬਹੁਤ ਗੱਲਾਂ ਆਈ ਥਿੰਕ ਸ਼ਾਇਦ ਸਬਦੀਸ਼ ਜੀ ਦੀ ਲਾਈਨ ਮੈਂ ਕੁਝ ਕਹਿਣਾ ਚਾਹੁੰਦਾ ਹਾਂਜੀ ਪਲੀਜ਼। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਪੀ ਇਲੈਕਸ਼ਨਾਂ 'ਚ ਜਿੰਨੇ ਵੀ ਬਿਆਨ ਆਏ ਨੇ ਉਹਨਾਂ ਵਿੱਚੋਂ ਤੁਸੀਂ ਅਗਰ ਧਿਆਨ ਨਾਲ ਨਜ਼ਰ ਮਾਰੋ ਤਾਂ ਉਹਨਾਂ ਦੀ ਆਪਣੀ ਸਰਕਾਰ ਦੀ ਅਚੀਵਮੈਂਟ ਦੇ ਬਿਆਨ ਨਹੀਂ ਹੈ, ਉਹ ਯੂਪੀ ਸਰਕਾਰ ਦੀ ਅਖਿਲੇਸ਼ ਸਰਕਾਰ ਨੂੰ ਭੰਡਣ ਵਾਸਤੇ ਬਿਆਨ ਨੇ, ਕਾਂਗਰਸ ਨੂੰ ਭੰਡਣ ਵਾਸਤੇ ਬਿਆਨ ਨੇ, ਮਾਇਆਵਤੀ ਨੂੰ ਭੰਡਣ ਵਾਸਤੇ ਬਿਆਨ ਨੇ। ਬੀਜੇਪੀ ਸਰਕਾਰ ਦੀ ਉਪਲਬਧੀ ਬਾਰੇ ਕੋਈ ਬਿਆਨ ਨਹੀਂ ਹੈ, ਨੋਟਬੰਦੀ ਬਾਰੇ ਕੋਈ ਵੀ ਬਿਆਨ ਉਹਨਾਂ ਨੇ ਨਹੀਂ ਦਿੱਤਾ। ਹਾਲਾਂਕਿ ਅਰੁਣ ਜੇਟਲੀ ਟਾਈਮ ਟੂ ਟਾਈਮ ਡਿਫੈਂਡ ਕਰਦੇ ਨੇ ਦਿੱਲੀ 'ਚ ਬੈਠ ਕੇ, ਪਰ ਇਲੈਕਸ਼ਨ ਰੈਲੀਆਂ ਦੇ ਵਿੱਚ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਨੂੰ ਲੈ ਕੇ ਉਹਦੇ ਜੋ ਉਸ ਕਰਕੇ ਕਿਉਂਕਿ ਸਭ ਤੋਂ ਜ਼ਿਆਦਾ ਮੌਤਾਂ ਜਿਹੜੀਆਂ ਯੂਪੀ ਦੇ ਵਿੱਚ ਹੋਈਆਂ ਨੋਟਬੰਦੀ ਦੇ ਚੱਲਦਾ ਉਹਦੇ ਬਾਰੇ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ। ਉਹਨਾਂ ਦੇ ਹਮੇਸ਼ਾ ਬਿਆਨ ਦੂਸਰਿਆਂ ਤੇ ਸਟਾਇਰ ਕਰਨ ਵਾਲੇ ਹੁੰਦੇ ਨੇ। ਉਹ ਉਹਨਾਂ ਦੀ ਸ਼ਾਇਦ ਸੋਚ ਬਣ ਚੁੱਕੀ ਕਿ ਦੂਸਰੇ ਨੂੰ ਮਾੜਾ ਕਹਿ ਕੇ ਅਸੀਂ ਆਪਣੇ ਆਪ ਨੂੰ ਚੰਗਾ ਸਾਬਤ ਕਰ ਲਵਾਂਗੇ। ਥੈਂਕ ਯੂ ਪ੍ਰਭਮੀਤ ਸਿੰਘ ਜੀ, ਥੈਂਕ ਯੂ ਅਜੀਤ ਜੀ, ਸੀਪੀ ਸਿੰਘ ਜੀ ਅਤੇ ਸਬਦੀਸ਼ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਜਾਰੀ ਰੱਖੀਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਚਾਹੇ ਦੂਜੀਆਂ ਪਾਰਟੀਆਂ ਦੇ ਲੀਡਰ ਹੋਣ, ਜਿੱਦਾਂ ਯੂਪੀ ਇਲੈਕਸ਼ਨ
ਯੂਪੀ ਇਲੈਕਸ਼ਨ ਦੇ ਫੇਜ਼ਸ ਚ ਲੰਘਦੇ ਜਾ ਰਹੇ ਨੇ, ਉਦਾਂ ਹੀ ਪੋਲੀਟੀਕਲ ਪਾਰਟੀਆਂ ਕਿੱਦਾਂ ਇਲੈਕਸ਼ਨ ਜਿੱਤਣੀ ਆ ਉਸ ਰਣਨੀਤੀ ਨੂੰ ਆਪਣੇ ਹਿਸਾਬ ਨਾਲ ਚੇਂਜ ਕਰ ਰਹੀਆਂ ਨੇ। ਕਈ ਵਾਰ ਹੋ ਸਕਦਾ ਆਉਣ ਵਾਲੇ ਕੁਝ ਦਿਨਾਂ ਵਿੱਚ ਹੋਰ ਕਈ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਵੱਲੋਂ ਵੀ ਸਾਨੂੰ ਇਦਾਂ ਦੀ ਤਿੱਖੇ ਬਿਆਨ ਸੁਣਨ ਨੂੰ ਮਿਲਣ, ਪਰ ਕਿਤੇ ਨਾ ਕਿਤੇ ਇਹ ਯੂਪੀ ਦੇ ਵੋਟਰ ਨੇ ਡਿਸਾਈਡ ਕਰਨਾ ਹੈ ਕਿ ਉਹ ਯੂਪੀ ਵਿੱਚ ਕਿਹਦੀ ਸਰਕਾਰ ਬਣਾਉਣਾ ਚਾਹੁੰਦੇ ਆ। ਪਰ ਇੱਕ ਗੱਲ ਤੇ ਸਾਫ਼ ਆ ਕਿ ਯੂਪੀ ਦੀ ਵਿੱਚ ਸਰਕਾਰ ਯੂਪੀ ਜਿੱਤਣਾ ਬੀਜੇਪੀ ਵਾਸਤੇ ਕਾਫੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਜ਼ਰੂਰੀ ਆ। ਯੂਪੀ ਤੋਂ ਬਾਅਦ ਪ੍ਰੈਜ਼ੀਡੈਂਟ ਇਲੈਕਸ਼ਨ ਤੇ ਉਸ ਤੋਂ ਬਾਅਦ 2019 ਦਾ ਜੋ 2019 ਦੀ ਇਲੈਕਸ਼ਨ ਆਉਣ ਵਾਲੀ ਆ, ਉਹਦਾ ਯੂਪੀ ਇਲੈਕਸ਼ਨ ਦਾ ਅਸਰ ਇਹਨਾਂ ਸਭ ਪ੍ਰੈਜ਼ੀਡੈਂਟ ਇਲੈਕਸ਼ਨ ਹੋਏ ਚਾਹੇ 2019 ਦੀ ਇਲੈਕਸ਼ਨ ਹੋਏ ਸ਼ਾਇਦ ਸਾਨੂੰ ਦੇਖਣ ਨੂੰ ਮਿਲੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਊਗੀ। ਇਹਦੇ ਨਾਲ ਹੀ ਸਾਡੀ ਸਾਰੀ ਟੀਮ ਨੂੰ ਦਿਓ ਇਜਾਜ਼ਤ। ਧੰਨਵਾਦ। ਧੰਨਵਾਦ ਜੀ।